ਕਾਲ ਪਿਆਰੇ ਬੱਚਿਓ, PSTSC 2020 ਜਿਹੜਾ ਤੁਹਾਡਾ 3 ਜਨਵਰੀ ਨੂੰ ਹੋਇਆ ਸੀ, ਉਹਦੇ ਵਿੱਚੋਂ ਸੈਟ ਪੋਰਸ਼ਨ ਆਪਾਂ ਨੇ ਹੱਲ ਕਰ ਲਿਆ ਸੀਗਾ। ਤੁਸੀਂ ਆਪਣੇ ਆਨਸਰਾਂ ਦਾ ਮਿਲਾਨ ਵੀ ਕਰ ਲਿਆ ਹੋਣਾ, ਤੁਹਾਡੇ ਕਿੰਨੇ ਆਨਸਰ ਸਹੀ ਸੀ। ਹੁਣ ਬੇਟਾ ਆਪਾਂ ਮੈਟ ਵਾਲਾ ਪੋਰਸ਼ਨ ਹੱਲ ਕਰਾਂਗੇ, ਰੀਜ਼ਨਿੰਗ ਵਾਲਾ ਪੋਰਸ਼ਨ। ਕਰੀਏ ਸਟਾਰਟ ਬੇਟਾ। ਫਸਟ ਕੁਐਸਚਨ ਤੋਂ, ਪ੍ਰਸ਼ਨ ਨੰਬਰ 1 ਤੋਂ ਲੈ ਕੇ 10 ਤੱਕ ਹੇਠ ਲਿਖੇ ਪ੍ਰਸ਼ਨਾਂ ਵਿੱਚ ਅੰਕਾਂ ਦੀ ਇੱਕ ਲੜੀ ਦਿੱਤੀ ਗਈ ਹੈ ਜੋ ਕਿ ਗਣਿਤਕ ਸੰਬੰਧ ਅਨੁਸਾਰ ਅੱਗੇ ਵੱਧਦੀ ਹੈ। ਇਸ ਸੰਬੰਧ ਨੂੰ ਧਿਆਨ ਵਿੱਚ ਰੱਖਦੇ ਹੋਏ ਦਿੱਤੇ ਗਏ ਵਿਕਲਪਾਂ ਵਿੱਚੋਂ ਖਾਲੀ ਥਾਂ ਭਰੋ। ਆਪਾਂ ਅੱਗੇ ਦੱਸਣਾ ਵੀ ਕੀ ਆਏਗਾ, ਪੈਟਰਨ ਲੱਭ ਲਾਂਗੇ, ਉਦੋਂ ਬਾਅਦ ਆਪਾਂ ਅੱਗੇ ਦੱਸਾਂਗੇ। ਇਹ ਸਿੰਪਲੀ ਸੀ, 2 ਨਾਲ ਗੁਣਾ ਕੀਤਾ, 2 ਦੂਣੀ 4, ਦੂਣੀ 8, ਦੂਣੀ 16, ਦੂਣੀ 32। ਇੱਕ ਵਾਰੀ ਨਿਸ਼ਾਨੀ ਪਲੱਸ ਦੀ, ਇੱਕ ਵਾਰੀ ਮਾਈਨਸ ਦੀ, ਹੁਣ ਮਾਈਨਸ ਦੀ ਆਏਗੀ, -64। ਇਹਦੇ ਲਈ ਸਹੀ ਆਨਸਰ ਆ ਜਾਏਗਾ ਪਹਿਲੀ ਆਪਸ਼ਨ। ਅਗਲਾ 5, 16, 49, 104। ਇਹ 'ਚ ਕੀ ਕੀਤਾ ਹੋਇਆ ਵੀ 5 ਅਤੇ 16 ਦੇ ਵਿੱਚ ਕਿੰਨੇ ਦਾ ਗੈਪ ਹੈ, ਕਿੰਨਾ ਵੱਧ ਗਿਆ ਇੱਥੇ 11, ਅੱਗੇ ਕਿੰਨਾ ਵੱਧ ਗਿਆ ਬੇਟਾ 33, ਅੱਗੇ ਕਿੰਨਾ ਵੱਧ ਗਿਆ 55। ਦੇਖੋ ਪਹਿਲੀ ਵਾਰ 11 ਵਧਿਆ, ਦੂਜੀ ਵਾਰ 33 ਅਤੇ ਤੀਜੀ ਵਾਰ 55। ਹੁਣ ਕਿੰਨਾ ਵਧੂਗਾ ਬੇਟਾ 77। ਇੱਕ ਛੱਡ ਕੇ ਵਧੂਗਾ ਨਾ, ਮਤਲਬ 66 ਨਹੀਂ ਵੱਧਦਾ, 77 ਵਧੂਗਾ। ਤਾਂ 104 ਦੇ ਵਿੱਚ 77 ਜੋੜ ਦਿੰਦੇ ਹਾਂ ਆਪਾਂ ਜੀ। ਆਪਣੇ ਕੋਲ ਸਹੀ ਆਪਸ਼ਨ ਕਿਹੜੀ ਆਏਗੀ 181। ਅਗਲਾ ਕੁਐਸਚਨ 9, 11, 20, 31 ਡੈਸ਼ 82। ਪਿਛਲੇ 2 ਅੰਕਾਂ ਦਾ ਜੋੜ ਕਰਕੇ ਤੀਜੀ ਬਣੀ ਹੈ। 9 ਅਤੇ 11 ਦਾ ਜੋੜ ਕਰਕੇ 20, 20 ਅਤੇ 11 ਦਾ ਜੋੜ ਕਰਕੇ 31, 31 ਅਤੇ 20 ਦਾ ਜੋੜ ਕਰਕੇ ਕਿੰਨਾ ਆ ਜਾਏਗਾ ਬੇਟਾ 51। ਦੂਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਅਗਲਾ 13, 32, 24, 43 35 ਡੈਸ਼ 46 65 57। ਦੇਖੋ ਬੇਟਾ ਇਹਨਾਂ ਦੋਵਾਂ ਨੂੰ ਧਿਆਨ ਨਾਲ ਦੇਖੋ। ਜਿਹੜਾ ਇਹਦਾ ਦੂਜਾ ਅੰਕ ਹੈ ਇਹਦਾ ਪਹਿਲਾ ਅੰਕ ਹੈ, ਇਹਦਾ ਦੂਜਾ ਅਤੇ ਇਹਦਾ ਪਹਿਲਾ ਅੰਕ ਸਮਾਨ ਨੇ, ਪਰ ਇਹਦਾ ਜਿਹੜਾ ਦੂਜਾ ਹੈ ਉਹ ਇਹਦੇ ਪਹਿਲੇ ਤੋਂ 1 ਵਧਾ ਕੇ ਲਿਖਿਆ, ਮਤਲਬ ਇੱਥੇ 1 ਸੀ ਅਤੇ ਇਹਦਾ ਦੂਜਾ ਅੰਕ ਕੀ ਬਣ ਗਿਆ 2। ਐਵੇਂ ਆਪਾਂ ਜਿਵੇਂ ਇੱਥੇ ਦੇਖ ਲੈਂਦੇ ਹਾਂ 24, 43 ਨੂੰ ਦੇਖੋ ਮਾੜਾ ਜਿਹਾ ਕਿਵੇਂ ਬਣਿਆ। 24 ਦਾ ਦੂਜਾ ਅੰਕ ਕੀ ਹੈ ਵੀ 4 ਅਤੇ ਇਹਦੇ ਤੋਂ 1 ਵਧਾ ਕੇ ਕੀ ਲਿਖਾਂਗੇ 43। ਠੀਕ ਹੈ, ਐਂ ਲਿਖਿਆ ਜਾਊ। ਐਵੇਂ ਆਪਾਂ ਅੱਗੇ ਲਿਖ ਦਾਂਗੇ 35 ਦਾ ਦੂਜਾ ਅੱਖਰ 5 ਆ ਤਾਂ ਉਹਦਾ ਪਹਿਲਾ 5 ਹੋਊ, ਇਹਦੇ ਤੋਂ 1 ਵਧਾ ਦਾਂਗੇ 3 ਤੋਂ 1, ਮਤਲਬ ਕੀ ਆ ਜਾਏਗਾ 4। ਤੀਜੀ ਆਪਸ਼ਨ ਇਹਦੇ ਲਈ 54 ਸਹੀ ਬਣੇਗੀ। ਉਦੋਂ ਅੱਗੇ 1, 4, 2, 8, 6, 24, 22, 88। ਦੇਖੋ ਪਹਿਲਾਂ 3 ਵੱਧ ਗਏ ਅਤੇ 2 ਘੱਟ ਗਏ, ਫਿਰ 6 ਵੱਧ ਗਏ 2 ਘੱਟ ਗਏ, ਫਿਰ ਵੀ 18 ਵੱਧ ਗਏ 2 ਘੱਟ ਗਏ, ਫਿਰ 66 ਵੱਧ ਗਏ, ਕਿੰਨੇ ਘਟਣਗੇ 2। ਮਤਲਬ ਘਟਦੀ ਹੈ ਜਿਹੜੀ ਰਕਮ ਉਹ ਹਰ ਵਾਰ 2 ਹੀ ਘਟਦੀ ਆ। ਆਪਾਂ ਨੇ ਉੱਪਰਲਾ ਪੈਟਰਨ ਬਣਾਉਣ ਦੀ ਲੋੜ ਹੀ ਨਹੀਂ ਆਪਾਂ ਨੂੰ। ਉਹ ਜਿਹੜੀ ਹਰ ਵਾਰ ਘਟ ਰਹੀ ਆ ਉਹ 2 ਹੀ ਘਟਦੀ ਆ। ਮਤਲਬ 88 ਦੇ ਵਿੱਚੋਂ 2 ਘਟਾ ਦਾਂਗੇ ਕਿੰਨਾ ਬਣ ਜੂ ਬੇਟਾ 86 ਬਣ ਜਾਏਗਾ। ਪਹਿਲੀ ਆਪਸ਼ਨ ਇਸ ਲਈ ਸੀ ਬਣੇਗੀ। ਉਦੋਂ ਅੱਗੇ 1, 3, 4, 2, 4, 5, 3, 5, 6, 4, 6, 7। ਇਹ ਸਭ ਨੂੰ ਪਤਾ ਹੀ ਲੱਗ ਗਿਆ ਹੋਣਾ ਵੀ 1 ਵਧਾ ਕੇ ਲਿਖਿਆ ਹੋਇਆ। ਜਿਵੇਂ ਇੱਥੇ ਦੇਖ ਲਓ 1 ਨੂੰ 2 ਲਿਖਿਆ, 3 ਨੂੰ 4 ਲਿਖਿਆ, 4 ਨੂੰ 5 ਲਿਖਿਆ। ਇੱਥੇ ਵੀ ਆਪਾਂ 4 ਨੂੰ ਲਿਖਾਂਗੇ 5, 6 ਨੂੰ 7 ਅਤੇ 7 ਨੂੰ 8, 578। ਇਹਦੇ ਲਈ ਸਹੀ ਆਪਸ਼ਨ ਆਏਗੀ ਦੂਜੀ। 21, 25, 33, 49, 81। ਇਹਦੇ ਵਿੱਚ ਆਪਾਂ ਦੱਸਣਾ ਵੀ ਅੱਗੇ ਜਿਹੜੀ ਆਪਸ਼ਨ ਆ ਉਹ ਕਿਹੜੀ ਆਏਗੀ। ਦੇਖੋ ਪਹਿਲਾਂ ਕਿੰਨੇ ਜੋੜੇ ਨੇ, ਫਿਰ ਪਹਿਲਾਂ 4 ਜੋੜੇ ਨੇ, ਫਿਰ 25 ਅਤੇ 8 33, ਫਿਰ ਕਿੰਨੇ ਜੋੜਤੇ ਵੀ 16, ਫਿਰ ਕਿੰਨੇ ਜੋੜਤੇ 32। ਹੁਣ ਕਿੰਨੇ ਜੋੜਾਂਗੇ ਵੀ ਆਪਾਂ, ਪਹਿਲਾਂ 4 ਜੋੜੇ, ਫਿਰ 8, ਫਿਰ 16, ਫਿਰ 32, ਹੁਣ ਕਿੰਨੇ ਜੋੜਾਂਗੇ 64। ਤਾਂ 81 ਦੇ ਵਿੱਚ ਜਦੋਂ ਆਪਾਂ 64 ਜੋੜ ਦਾਂਗੇ ਬੇਟਾ ਤਾਂ ਆਪਣੇ ਕੋਲ ਸਹੀ ਆਪਸ਼ਨ ਕਿੰਨੀ ਬਣ ਜੂਗੀ 145। 145 ਆਨਸਰ ਆਏਗਾ। ਪਹਿਲੀ ਆਪਸ਼ਨ ਇਹਦੇ ਲਈ ਸੀ ਬਣ ਜਾਏਗੀ। 5, 35, 7, 42, 6। ਅੱਗੇ ਦੱਸਣਾ ਆਪਾਂ ਕੀ ਆਏਗਾ। ਇਹ ਦੋਵਾਂ ਦੀ ਗੁਣਾ ਹੈ। 5 ਅਤੇ 7 ਦੀ ਗੁਣਾ ਕੀ ਬਣ ਜਾਂਦੀ ਹੈ 35। ਐਵੇਂ 7 ਅਤੇ 6 ਦੀ ਗੁਣਾ ਕੀ ਬਣ ਜੂਗੀ 42। ਐਵੇਂ 6 ਅਤੇ 9 ਦੀ ਗੁਣਾ ਕੀ ਬਣ ਜੂ 6 9 54 ਬਣ ਜਾਏਗੀ। ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। 23, 31, 41, 47। ਅੱਗੇ ਆਪਾਂ ਦੱਸਣਾ ਵੀ ਕੀ ਆਏਗਾ। ਦੇਖੋ 23 ਦੇ ਵਿੱਚ 24, 25, 26, 27, 28, 29। ਇੱਕ ਅਭਾਜ ਸੰਖਿਆ ਛੱਡੀ ਹੋਈ ਆ, ਅਗਲੀ ਅਭਾਜ ਸੰਖਿਆ ਲਿਖੀ ਹੈ। 23 ਤੋਂ ਬਾਅਦ ਇੱਕ 29 ਅਭਾਜ ਸੰਖਿਆ ਛੱਡ ਕੇ 31 ਲਿਖੀ। ਉਦੋਂ ਬਾਅਦ 31 ਤੋਂ
ਅੱਗੇ 32 33 34 35 36 37 ਛੱਡ ਕੇ ਕੀ ਲਿਖੀ ਬੇਟਾ 41 ਲਿਖੀ। ਉਸ ਤੋਂ ਬਾਅਦ 47 ਤੋਂ 48 49 50 51 52 53 ਛੱਡ ਕੇ ਕੀ ਲਿਖਾਂਗੇ 59। ਠੀਕ ਹੈ, 53 ਤੋਂ ਅਗਲੀ ਕਿਹੜੀ ਆ ਜਾਏਗੀ 59। ਅਪਾਹਜ ਸੰਖਿਆਵਾਂ ਕਾਊਂਟ ਕੀਤੀਆਂ, ਜਿਹੜੀ ਉਦੋਂ ਅਗਲੀ ਅਪਾਹਜ ਸੰਖਿਆ ਉਹ ਛੱਡਣੀ ਹੈ, ਇੱਕ ਛੱਡ ਕੇ ਅਗਲੀ ਲਿਖਣੀ ਹੈ। ਠੀਕ ਹੈ, 47 ਤੋਂ ਬਾਅਦ 53 ਛੱਡ ਦਿਓ, 53 ਤੋਂ ਅਗਲੀ ਕਿਹੜੀ ਆ 59 ਲਿਖੀ ਜਾਊਗੀ, ਮਤਲਬ ਚੌਥੀ ਆਪਸ਼ਨ ਸਹੀ ਬਣੂਗੀ। 5 26 17 124 37 ਇਹ ਦੱਸਣਾ ਆਪਾਂ ਕੀ ਕੀਤਾ ਵੀ ਇੱਕ ਵਾਰੀ ਸਕੁਐਰ ਕੀਤਾ, ਇੱਕ ਜੋੜਿਆ ਅਤੇ ਕਿਊਬ ਕਰਕੇ ਇੱਕ ਘਟਾਇਆ, ਮਤਲਬ ਵਰਗ ਕਰਕੇ ਇੱਕ ਜੋੜਿਆ, 2 ਦਾ ਵਰਗ ਕਰਕੇ ਇੱਕ ਜੋੜਤਾ, ਮਤਲਬ ਕਿੰਨਾ ਬਣ ਜੂ 2 ਦੂਣੀ 4 ਅਤੇ 1 5। 3 ਦਾ ਕਿਊਬ ਕਰ ਦਿਓ, ਮਤਲਬ ਘਣ ਕਰ ਦਿਓ 3 ਦਾ, 30 30 9 30 27 ਮਾਈਨਸ 1 ਕਰੋ, ਕਿੰਨਾ ਬਣ ਜੂਗਾ 26। ਅੱਗੇ ਫੇਰ ਸਕੁਐਰ ਕਰੋ, ਵਰਗ ਕਰੋ, ਚੱਕ 16 ਦੇ ਵਿੱਚ ਇੱਕ ਜੋੜਾਂਗੇ 17, ਫਿਰ ਘਣ ਕਰੋ 5 5 25 25 5 125 ਦੇ ਵਿੱਚ ਇੱਕ ਘਟਾਇਆ 124, ਫਿਰ 6 6 36 36 ਦੇ ਵਿੱਚ ਇੱਕ ਜੋੜਿਆ 37। ਅੱਗੇ ਆ ਗਿਆ ਆਪਣੇ ਕੋਲੇ 7 7 ਦਾ ਘਣ ਕਰਨਾ ਅਤੇ ਉਹਦੇ ਵਿੱਚੋਂ ਇੱਕ ਘਟਾਉਣਾ, 7 7 49 49 7 343 343 ਦੇ ਵਿੱਚੋਂ ਇੱਕ ਘਟਾਉਣਾ ਹੈ, ਮਤਲਬ ਸਹੀ ਆਪਸ਼ਨ ਆਪਣੇ ਕੋਲੇ ਕੀ ਬਣੇਗੀ ਬੇਟਾ 342 ਬਣੇਗੀ, ਦੂਜੀ ਆਪਸ਼ਨ ਸਹੀ ਬਣੇਗੀ। 11 ਤੋਂ 15 ਪ੍ਰਸ਼ਨ ਨੇ ਜਿਹੜੇ ਉਹ ਨਿਸ਼ਚਿਤ ਰੂਪ ਰੇਖਾ ਅਨੁਸਾਰ ਹੇਠਾਂ ਦਿੱਤੀਆਂ ਗਈਆਂ ਅੱਖਰ ਲੜੀਆਂ ਵਿੱਚ ਖਾਲੀ ਸਥਾਨ ਆਪਣੇ ਬਣਨਾ। ਪੈਟਰਨ ਕਿਹਦੇ ਨਾਲ ਬਣੇਗਾ ਇਹ ਆਪਾਂ ਦੇਖਣਾ। ਠੀਕ ਹੈ, ਦੇਖੋ ਫਿਰ ਕਿਹਦੇ ਨਾਲ ਪੈਟਰਨ ਬਣੇਗਾ। ਦੇਖੋ ਬੇਟਾ ਜੇ ਇਹਦੇ ਵਿੱਚ ਆਪਾਂ ਪਹਿਲੀ ਆਪਸ਼ਨ ਭਰ ਦਿੰਦੇ ਹਾਂ ਏ ਤਾਂ ਆਪਣੇ ਕੋਲ ਪੈਟਰਨ ਬਣ ਜਾਏਗਾ। ਦੇਖੋ ਕਿਹੜਾ ਪੈਟਰਨ ਹੈ, 4 ਵਾਰੀ ਏ ਬੀ ਏ, ਆਹ ਦੇਖੋ 4 ਵਾਰੀ ਏ ਬੀ ਏ 4 ਵਾਰੀ ਏ ਬੀ ਏ। ਠੀਕ ਹੈ, ਮਤਲਬ ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣ ਜਾਏਗੀ। ਉਦੋਂ ਅੱਗੇ ਲਈ ਵੈਸੇ ਤਾਂ ਸਪੈਸੀਫਿਕ ਪੈਟਰਨ ਕੋਈ ਬਣਦਾ ਨਹੀਂ। ਠੀਕ ਹੈ, ਇੱਥੇ ਬੀ ਆਉਣੀ ਸੀ, ਫਿਰ ਤਾਂ ਜਮਾ ਬਣ ਜਾਂਦਾ, ਥੋੜ੍ਹੀ ਜਿਹੀ ਮਿਸਟੇਕ ਹੈ, ਪਰ ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਇਹ ਬਣੇਗੀ ਤੀਜੀ ਬੀ ਬੀ ਏ ਏ। ਠੀਕ ਹੈ, ਏ ਬੀ ਏ ਬੀ ਏ ਬੀ ਏ ਬੀ ਏ ਬੀ ਏ ਬੀ, ਇੱਥੇ ਬੀ ਬਣਨੀ ਸੀ, ਇਸ ਕਰਕੇ ਮਤਲਬ ਇੱਥੋਂ ਤੱਕ ਇਹ ਪੈਟਰਨ ਜਮਾ ਸਹੀ ਬਣ ਜਾਂਦਾ, ਬਾਕੀਆਂ ਲਈ ਨਹੀਂ ਬਣਦਾ, ਅਤੇ ਇਹਦੇ ਲਈ ਤੀਜੀ ਆਪਸ਼ਨ ਸਹੀ ਬਣ ਜਾਏਗੀ। ਉਦੋਂ ਅਗਲਾ ਕੁਐਸਚਨ ਦੇਖੋ ਬੇਟਾ 13ਵਾਂ ਕੁਐਸਚਨ, ਏ ਬੀ ਡੈਸ਼ ਡੈਸ਼ ਬੀ ਡੈਸ਼ ਡੈਸ਼ ਬੀ ਏ ਡੈਸ਼ ਡੈਸ਼ ਏ, ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਉਹ ਤੀਜੀ ਬਣ ਜਾਏਗੀ। ਠੀਕ ਹੈ, ਆਪਾਂ ਭਰ ਕੇ ਵੀ ਵੇਖ ਲੈਂਦੇ ਹਾਂ ਕਿਵੇਂ ਬਣਦੀ ਹੈ। 5 ਵਾਰੀ ਏ ਏ ਏ ਏ ਏ ਏ ਬੀ, ਦੇਖੋ ਕਿਹੜਾ ਪੈਟਰਨ ਬਣਦਾ ਏ ਬੀ ਏ ਏ ਬੀ ਏ ਏ ਬੀ ਏ ਅਤੇ ਏ ਬੀ ਏ, ਮਤਲਬ ਆਹ ਤਿੰਨੇ ਵਰਡ ਵਾਰ ਰਿਪੀਟ ਹੋ ਰਹੇ ਨੇ, ਜਿਹੜੀ ਆਪਸ਼ਨ ਸਹੀ ਬਣੇਗੀ ਤੀਜੀ ਬਣ ਜਾਏਗੀ। ਉਸ ਤੋਂ ਬਾਅਦ ਬੇਟਾ ਇਹਦੇ ਲਈ ਵੀ ਆਪਾਂ ਦੇਖਣਾ ਵੀ ਕਿਹੜੀ ਆਪਸ਼ਨ ਸਹੀ ਬਣੇਗੀ। ਇਹਦੇ ਲਈ ਸਹੀ ਜਿਹੜੀ ਆਪਸ਼ਨ ਬਣੇਗੀ ਉਹ ਤੀਜੀ ਬਣੇਗੀ। ਇਹਦੇ ਲਈ ਵੀ ਐਨ ਏ ਬੀ ਏ ਪੈਟਰਨ ਦੇਖੋ ਕੀ ਬਣਦਾ, ਐਨ ਏ ਬੀ ਐਨ ਏ ਬੀ ਐਨ ਏ ਬੀ ਐਨ ਏ ਬੀ ਐਨ ਏ ਬੀ, ਇਹ ਰਿਪੀਟ ਹੋ ਰਹੇ ਨੇ। ਠੀਕ ਹੈ, ਤੀਜੀ ਆਪਸ਼ਨ ਭਰ ਕੇ ਇਹ ਪੈਟਰਨ ਬਣ ਜਾਂਦਾ। ਉਦੋਂ ਅਗਲਾ ਕੁਐਸਚਨ ਇਹ ਵੀ ਪੈਟਰਨ ਦੱਸਣਾ ਸੀ ਆਪਾਂ। ਇਹਦੇ ਲਈ ਜਿਹੜੀ ਸਹੀ ਆਪਸ਼ਨ ਬਣੇਗੀ ਚੌਥੀ ਬਣੇਗੀ, ਭਰ ਕੇ ਆਪਾਂ ਵੇਖ ਲੈਂਦੇ ਹਾਂ। ਐਨ ਐਨ ਐਮ ਐਨ, ਠੀਕ ਹੈ, ਐਲ ਐਨ, ਦੇਖੋ ਵੀ ਕੀ ਬਣਿਆ, ਕਿਹੜੀ ਐਲ ਐਮ ਐਨ ਐਮ। ਠੀਕ ਹੈ, ਦੇਖੋ ਐਲ ਐਮ ਆ ਬਣਦਾ, ਐਲ ਐਮ ਐਨ ਐਨ ਇਹ ਪੈਟਰਨ ਬਣਦਾ, ਇੱਥੇ ਫਿਰ ਐਲ ਐਮ ਐਨ ਐਨ ਐਲ ਐਮ ਐਨ ਐਨ, ਜਿਹੜੀ ਆਪਸ਼ਨ ਬਣਦੀ ਹੈ ਬੇਟਾ ਚੌਥੀ ਆਪਸ਼ਨ ਨਾਲ ਇਹ ਪੈਟਰਨ ਬਣਦਾ। ਅਗਲਾ ਕੁਐਸਚਨ ਪ੍ਰਸ਼ਨ ਨੰਬਰ 16 ਤੋਂ 20 ਤੱਕ ਭਿੰਨ ਵਿਕਲਪ ਦੀ ਚੋਣ ਕਰੋ। ਇਹਨਾਂ ਦੇ ਵਿੱਚੋਂ ਜਿਹੜੀ ਭਿੰਨ ਵਿਕਲਪ ਬੇਟਾ ਬਣਦੀ ਹੈ ਉਹ ਆਪਣੇ ਕੋਲ 64H ਬਣਦੀ ਹੈ। ਕਿਉਂ? ਕਿਉਂਕਿ ਵੀ ਆ ਜਿਹੜਾ ਉਹ ਦੂਜੇ ਨੰਬਰ 'ਤੇ ਆਉਂਦਾ, ਜੇ 2 ਦਾ ਆਪਾਂ ਘਣ ਕਰ ਦਈਏ ਉਹ ਕੀ ਬਣ ਜੂਗਾ 8, 2 ਦੂਣੀ 4 ਦੂਣੀ 8। ਉਹ ਤੋਂ ਬਾਅਦ ਈ 5ਵੇਂ 'ਤੇ ਆਉਂਦਾ, 5 ਦਾ ਘਣ ਕਰ ਦਾਂਗੇ 125, ਆਹ 6ਵੇਂ 'ਤੇ ਆਉਂਦਾ 6 ਦਾ ਘਣ ਕਰ ਦਾਂਗੇ 216, ਮਤਲਬ 64H ਇਹਦੇ ਲਈ ਸਹੀ ਨਹੀਂ ਹੈ, ਕਿਉਂਕਿ ਐਚ ਆ ਜਿਹੜਾ ਉਹ 8ਵੇਂ ਨੰਬਰ 'ਤੇ ਆਉਂਦਾ, 8 ਦਾ ਘਣ 8 8 64, 8 512 ਆਉਣਾ ਸੀ, ਇਹ ਗਲਤ ਹੈ। ਠੀਕ ਹੈ, ਪਹਿਲੀ ਆਪਸ਼ਨ ਸਹੀ ਬਣੇਗੀ। ਅੱਗੇ ਜੀ ਟੀ ਐਚ ਐਸ ਆਰ ਆਈ ਐਫ ਵੀ ਪੀ ਕੇ, ਇਹਦੇ ਲਈ ਜਿਹੜੀ
ਭਿੰਨ ਵਿਕਲਪ ਆ ਉਹ FV ਹੈ। ਠੀਕ ਹੈ, ਬਾਕੀਆਂ ਦੇ ਵਿੱਚ ਦੇਖੋ ਵੀ ਇੱਕ ਨੂੰ ਅਗਲੇ ਪਾਸੋਂ ਲਿਖਿਆ, ਦੂਜੇ ਨੂੰ ਪਿਛਲੇ ਪਾਸੋਂ ਲਿਖਿਆ। ਠੀਕ ਹੈ, ਜਿਵੇਂ G ਆ ਜਿਹੜਾ ਉਹ ਅਗਲੇ ਪਾਸੋਂ 7ਵੇਂ ਨੰਬਰ 'ਤੇ ਆਉਂਦਾ ਅਤੇ T ਆ ਜਿਹੜਾ ਪਿਛਲੇ ਪਾਸੋਂ 7ਵੇਂ 'ਤੇ ਆਉਂਦਾ। ਮਤਲਬ ਇੱਕ ਅਗਲੇ ਪਾਸੋਂ ਆਉਂਦਾ 19ਵੇਂ ਅੰਕਾਂ ਦਾ ਸਥਾਨ, ਇੱਕ ਦਾ ਪਿਛਲੇ ਪਾਸੋਂ ਬਣਦਾ। ਪਰ F ਅਤੇ V ਦੇ ਵਿੱਚ ਇਹ ਸਹੀ ਨਹੀਂ ਬਣਦਾ, ਇਸ ਲਈ ਚੌਥੀ ਆਪਸ਼ਨ ਸਹੀ ਹੈ। 48 66 57 46 39। ਦੇਖੋ ਵੀ ਸਾਰੇ ਅੰਕਾਂ ਦਾ ਜੋੜ ਆ ਜਿਹੜਾ ਉਹ 12 ਬਣਦਾ। 4 ਤੇ 8 12, 6 ਤੇ 6 12, 5 ਤੇ 7 12, 3 ਤੇ 9 12, 46 ਦੇ ਅੰਕਾਂ ਦਾ ਜੋੜ 10 ਬਣਦਾ। ਇਸ ਕਰਕੇ ਇਹ ਅਲੱਗ ਹੈ, ਭਿੰਨ ਹੈ। 13 27 37 59। 27 ਇਹਨਾਂ ਦੇ ਵਿੱਚੋਂ ਭਿੰਨ ਹੈ, ਕਿਉਂ ਵੀ ਕਿਉਂਕਿ ਇਹ ਇੱਕ ਭਾਜ ਸੰਖਿਆ ਹੈ, ਵੰਡੀ ਜਾਂਦੀ ਹੈ। ਬਾਕੀ ਸੰਖਿਆਵਾਂ ਕਿਹੜੀਆਂ ਨੇ, ਅਭਾਜ ਸੰਖਿਆਵਾਂ ਨੇ। ਠੀਕ ਹੈ ਬੇਟਾ। BDHKMPNQEH ਇਹਦੇ ਲਈ ਕਿਹੜਾ ਅੰਡਰ ਆਏਗਾ, VD, ਕਿਉਂਕਿ ਬਾਕੀਆਂ ਦੇ ਵਿੱਚ 2 2 ਅੱਖਰ ਛੱਡੇ ਹੋਏ ਆ। H ਦੇ ਵਿੱਚ ਦੇਖੋ H ਤੋਂ K ਕਿਵੇਂ ਬਣਿਆ ਬੇਟਾ, IJ ਛੱਡ ਕੇ K, M ਦੇ ਵਿੱਚ NO ਛੱਡ ਕੇ P, Q ਦੇ N ਤੋਂ ਬਾਅਦ ਅੱਗੇ OP ਛੱਡ ਕੇ Q ਲਿਖਿਆ, E ਤੋਂ ਬਾਅਦ FG ਛੱਡ ਕੇ ਦੇਖੋ E ਤੋਂ ਬਾਅਦ FG ਛੱਡ ਕੇ H ਲਿਖਿਆ। ਮਤਲਬ ਹਰ ਵਾਰ 2 ਅੱਖਰ ਛੱਡਿਆ, ਪਰ ਇਹਦੇ ਵਿੱਚ ਇੱਕ ਹੀ ਛੱਡਿਆ, C ਛੱਡੀ ਹੈ ਇਕੱਲੀ, ਬਾਅਦ 'ਚ D ਲਿਖਿਆ ਗਿਆ। ਮਤਲਬ ਇਹ ਇਹਦੇ ਵਿੱਚ ਅਲੱਗ ਦਾ ਹੈ। ਅਗਲਾ ਕੁਐਸਚਨ, ਦਿੱਤੇ ਗਏ ਸ਼ਬਦਾਂ ਨੂੰ ਅੰਗਰੇਜ਼ੀ ਵਰਨਮਾਲਾ ਦੇ ਕ੍ਰਮ ਅਨੁਸਾਰ ਕਰੋ ਅਤੇ ਉਹ ਸ਼ਬਦ ਚੁਣੋ ਜੋ ਇਸ ਕ੍ਰਮ ਵਿੱਚ ਦੂਸਰੇ ਸਥਾਨ 'ਤੇ ਆਉਂਦਾ ਹੈ। ਦੂਸਰੇ ਸਥਾਨ 'ਤੇ ਆਪਾਂ ਦੇਖਣਾ ਕਿਹੜਾ ਹੁੰਦਾ। ਦੇਖੋ ਬਈ ਪਹਿਲੇ 2 ਅੱਖਰ ਦਾ ਸਾਰਿਆਂ ਦੇ ਵਿੱਚ ਸੇਮ ਨੇ, PL PL। ਉਹ ਤੋਂ ਬਾਅਦ ਇਹਦੇ ਵਿੱਚ ਅਗਲਾ ਅੱਖਰ E ਹੈ, ਇਸ ਕਰਕੇ ਚੌਥੇ ਸਥਾਨ 'ਤੇ ਆ ਜੂ, ਇਹ ਦੂਜੇ 'ਤੇ ਨਹੀਂ ਆਉਂਦਾ। ਉਹ ਤੋਂ ਬਾਅਦ ਅੱਗੇ ਦੇਖੋ ਵੀ ਇਹਦੇ ਵਿੱਚ ਵੀ ਤੀਜਾ A ਹੈ, ਇਹਦੇ ਵਿੱਚ ਵੀ A ਹੈ, ਇਹਦੇ ਵਿੱਚ ਵੀ A ਹੈ। ਹੁਣ ਜਿਹੜਾ I ਆ ਜਿਹੜਾ ਸਭ ਤੋਂ ਪਹਿਲਾਂ ਆਉਂਦਾ, ਇਸ ਕਰਕੇ ਇਹ ਪਹਿਲੇ ਨੰਬਰ 'ਤੇ ਹੋ ਜੂਗਾ। NGHI ਪਹਿਲਾਂ ਆਉਂਦਾ, ਇਹ ਪਹਿਲੇ ਸਥਾਨ 'ਤੇ ਹੋ ਜੂ। ਪਲੇਨ ਦੇ ਵਿੱਚ N ਉਦੋਂ ਬਾਅਦ 'ਚ ਆਉਂਦੀ ਹੈ, 22 ਸਭ ਤੋਂ ਐਂਡ 'ਤੇ ਆਉਂਦੀ ਹੈ, ਤਾਂ ਇਹ ਤੀਜੇ 'ਤੇ ਹੋ ਜੂ। ਆ ਚੌਥੇ 'ਤੇ ਸੀ, ਬਸ ਦੂਜੇ 'ਤੇ ਕਿਹੜਾ ਆ ਜਾਏਗਾ, ਪਲੇਨ ਆਏਗਾ। ਠੀਕ ਹੈ, ਇਹਦੇ ਲਈ ਪਹਿਲੀ ਆਪਸ਼ਨ ਹੈ ਜਿਹੜੀ ਸਹੀ ਬਣੇਗੀ, ਦੂਸਰੇ ਸਥਾਨ 'ਤੇ ਇਹ ਆ ਜਾਏਗਾ। ਉਦੋਂ ਅੱਗੇ ਦੇਖੋ ਬੇਟਾ, ਇਹਦੇ ਵਿੱਚ ਵੀ ਪਹਿਲੇ 2 ਜਿਹੜੇ ਵਰਡ ਦਿੱਤੇ ਨੇ ਉਹ ਸੇਮ ਨੇ। ਉਦੋਂ ਅੱਗੇ ਉਦੋਂ ਅਗਲਾ ਅੱਖਰ ਦੇਖੋ, ਇਹਨਾਂ ਦੇ ਵਿੱਚ T ਹੈ, ਇਹਦੇ ਵਿੱਚ ਵੀ T ਹੈ, ਇਹਦੇ ਵਿੱਚ U ਨੇ, ਇਹ ਨਹੀਂ ਆ ਸਕਦੇ, ਇਹ ਤੀਜੇ 'ਤੇ ਚੌਥੇ 'ਤੇ ਹੋ ਗਏ, ਕਿਉਂਕਿ ਇਹਨਾਂ ਦੇ ਵਿੱਚ U ਹੈ। T ਆ ਜਿਹੜਾ ਉਹ U ਤੋਂ ਪਹਿਲਾਂ ਆਉਂਦਾ। ਠੀਕ ਹੈ, ਅੱਗੇ ਅਗਲਾ ਅੱਖਰ ਦੇਖੋ ਬੇਟਾ E, ਚੌਥਾ ਅੱਖਰ ਇਹਦੇ ਵਿੱਚ E ਹੈ, ਇਹਦੇ ਵਿੱਚ I ਹੈ। E ਪਹਿਲਾਂ ਆਊਗਾ, I ਬਾਅਦ 'ਚ ਆਊਗਾ। E ਤਾਂ ਪਹਿਲਾਂ ਆਊਗਾ, I ਬਾਅਦ 'ਚ ਆਊਗਾ, ਤਾਂ ਇਸ ਕਰਕੇ ਜਿਹੜੀ ਸਹੀ ਆਪਸ਼ਨ ਹੈ ਦੂਜੇ ਸਥਾਨ 'ਤੇ ਆਊਗੀ, ਉਹ ਲੈਟੀਟਿਊਡ ਆਏਗੀ, ਚੌਥੀ ਆਪਸ਼ਨ। ਠੀਕ ਹੈ, ਅੱਗੇ ਇਹਦੇ ਵਿੱਚ ਵੀ ਦੇਖੋ ਵੀ ਪਹਿਲੇ 3 ਅੱਖਰ ਇਹਨਾਂ ਦੇ ਵਿੱਚ ਸੇਮ ਆ ਰਹੇ ਨੇ, ਆਪਾਂ ਦੇਖਣਾ ਵੀ ਦੂਜੇ ਸਥਾਨ 'ਤੇ ਕਿਹੜਾ ਹੈਗਾ। ਉਦੋਂ ਅੱਗੇ U ਆ ਜਿਹੜਾ ਉਹ ਸਭ ਤੋਂ ਐਂਡ 'ਤੇ ਆਉਂਦਾ, ਇਸ ਕਰਕੇ ਇਹ ਆਪਸ਼ਨ ਚੌਥੇ 'ਤੇ ਆਊਗੀ, ਇਹ ਦੂਜੇ 'ਤੇ ਨਹੀਂ ਆ ਸਕਦੀ। ਉਦੋਂ ਬਾਅਦ ਬੇਟਾ E ਆ ਜਿਹੜਾ ਅੱਗੇ ਸਭ ਤੋਂ ਪਹਿਲਾਂ ਆਊਗਾ, ਇਹ ਪਹਿਲੇ ਨੰਬਰ 'ਤੇ ਆ ਜੂਗੀ। ਉਦੋਂ ਬਾਅਦ O ਆ ਜਿਹੜਾ ਉਹ ਦੂਜੇ 'ਤੇ ਆਉਂਦਾ, ਆ ਦੂਜੇ ਨੰਬਰ 'ਤੇ ਆਏਗਾ, ਕਿਉਂਕਿ T ਆ ਜਿਹੜਾ ਬਹੁਤ ਐਂਡ 'ਤੇ ਆਉਂਦਾ, ਉਹ ਉਦੋਂ ਪਹਿਲਾਂ ਆ ਜਾਂਦਾ। ਮਤਲਬ ਇਹ ਰੀ ਪੁਆਇੰਟ ਆ ਜਿਹੜਾ ਇਹ ਦੂਜੇ ਨੰਬਰ 'ਤੇ ਆ ਜਾਏਗਾ, ਇਹਦੇ ਲਈ ਪਹਿਲੀ ਆਪਸ਼ਨ ਸਹੀ ਆ ਜਾਏਗੀ। ਅੱਗੇ ਅੰਕਾਂ ਦਾ ਅਜਿਹਾ ਸਮੂਹ ਚੁਣੋ ਜਿਸ ਅਨੁਸਾਰ ਜੇ ਅੰਕਾਂ ਨੂੰ ਤਰਤੀਬ ਦਿੱਤੀ ਜਾਵੇ ਤਾਂ ਕੋਈ ਸਾਰਥਕ ਸ਼ਬਦ ਬਣ ਜੇ। ਦੇਖੋ ਵੀ ਕੀ ਸਾਰਥਕ ਸ਼ਬਦ ਬਣ ਸਕਦਾ, ਇਹਦੇ ਵਿੱਚ ਕੀ ਬਣ ਸਕਦਾ, ਬ੍ਰਾਂਚ, BRANCH, ਬ੍ਰਾਂਚ ਇਹਦੇ ਤੋਂ ਸਾਰਥਕ ਸ਼ਬਦ ਬਣ ਸਕਦਾ ਹੈ। ਕਿਵੇਂ ਬਣੇਗਾ ਵੀ, ਕਿਵੇਂ ਸੀਰੀਜ਼ ਚਲਾਵਾਂਗੇ ਆਪਾਂ, 6 3 5 2 4 1 ਐਵੇਂ। 6 ਦੇਖੋ ਇਹ 6ਵੇਂ ਨੰਬਰ 'ਤੇ ਹੈ, R ਕਿੰਨਵੇਂ ਨੰਬਰ 'ਤੇ ਹੈ, ਤੀਜੇ 'ਤੇ, A ਕਿੰਨਵੇਂ 'ਤੇ ਹੈ ਵੀ, 5ਵੇਂ 'ਤੇ, N ਕਿੰਨੇ 'ਤੇ ਹੈ, ਦੂਜੇ 'ਤੇ, C ਚੌਥੇ 'ਤੇ। 6 3 5 2 4 1 ਚੌਥੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਇਹਨੂੰ ਵੀ ਆਪਾਂ ਦੱਸਣਾ ਵੀ ਕਿਹੜਾ ਬਣੇਗਾ। ਇਹਦੇ ਲਈ ਕਿਹੜਾ ਬਣੇਗਾ ਬੇਟਾ, ਮੈਗਨੇਟ, MAGNET, ਮੈਗਨੇਟ ਇਹਦੇ ਲਈ ਸਾਰਥਕ ਸ਼ਬਦ ਬਣ ਜਾਏਗਾ। ਦੇਖੋ M ਕਿਹੜਾ, M 6ਵੇਂ 'ਤੇ ਆ, A ਤੀਜੇ 'ਤੇ ਆ, G ਪਹਿਲੇ 'ਤੇ ਆ, N ਵੀ 5ਵੇਂ 'ਤੇ, E ਆ ਜਿਹੜਾ ਚੌਥੇ 'ਤੇ, T ਆ ਜਿਹੜਾ ਦੂਜੇ 'ਤੇ। 6 3 1 5 4 2 6 3 1 5 4 2 ਮਤਲਬ ਇਹਦੇ ਲਈ ਤੀਜੀ ਆਪਸ਼ਨ ਸਹੀ ਬਣ ਜਾਏਗੀ, ਮੈਗਨੇਟ ਬਣ ਜਾਏਗਾ। ਸ਼ਬਦ COVID-19 ਤੋਂ ਕਿਹੜਾ ਸ਼ਬਦ
ਬਣਾਇਆ ਜਾ ਸਕਦਾ ਹੈ। ਕਿਹੜਾ ਬਣਾਇਆ ਜਾ ਸਕਦਾ ਬੇਟਾ? ਪਹਿਲੀ ਆਪਸ਼ਨ ਵਿਨੋਦ ਬਣਾਇਆ ਜਾ ਸਕਦਾ ਹੈ। ਇੱਕ ਨਿਸ਼ਚਿਤ ਕੋਡ ਵਿੱਚ ਸਿਸਟਮ ਨੂੰ ਸੈਸਮਿਟ ਨੀਅਰਰ ਨੂੰ ਇਨਰਰ ਲਿਖਿਆ ਜਾਂਦਾ ਹੈ। ਕੋਡ ਵਿੱਚ ਇਹਨੂੰ ਕਿਵੇਂ ਲਿਖਿਆ ਜਾਏਗਾ? ਇਹਦੇ ਵਿੱਚ ਦੇਖੋ ਆਹ ਤਿੰਨੇ ਵਰਡ ਆ ਜਿਹੜੇ ਸੇਮ ਰੱਖੇ ਨੇ, ਪਿਛਲੇ ਆ ਜਿਹੜੇ ਉਹਨਾਂ ਦੀ ਪਿਛਲੇ ਪਾਸੋਂ ਸ਼ੁਰੂ ਕਰਕੇ ਲਿਖਤਾ। ਇਹਦੇ ਵਿੱਚ ਪਹਿਲੇ ਤਿੰਨ ਨੂੰ ਪਿਛਲੇ ਪਾਸੇ ਸ਼ੁਰੂ ਕਰਕੇ ਲਿਖਤਾ। ਇਹਦੇ ਵਿੱਚ ਆਪਾਂ ਸਾਰਿਆਂ ਨੂੰ ਹੀ ਲਿਖਾਂਗੇ। ਪਹਿਲਾਂ ਵਾਈ ਤੋਂ ਸ਼ੁਰੂ ਕਰਾਂਗੇ, YHRMHT, ਇਹ ਸਹੀ ਆਪਸ਼ਨ ਬਣੇਗੀ। YHRMHT ਮਤਲਬ ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਜੇਕਰ ਕਿਸੇ ਕੋਡ ਭਾਸ਼ਾ ਵਿੱਚ ਨੇਮ ਨੂੰ OYPA ਲਿਖਿਆ ਜਾਂਦਾ, ਉਸੇ ਘੜ ਵਿੱਚ ਟੀਮ ਨੂੰ ਕਿਵੇਂ ਲਿਖਿਆ ਜਾਏਗਾ? ਦੇਖੋ ਬੇਟਾ, ਪਹਿਲਾਂ ਨੇਮ ਨੂੰ ਪਹਿਲਾਂ ਤਾਂ ਅਗਲਾ ਅੱਖਰ ਲਿਖਿਆ, N ਤੋਂ ਅਗਲਾ O ਲਿਖਿਆ, A ਵਾਸਤੇ ਪਿਛਲੇ ਪਾਸੋਂ ਚੱਲ ਗਏ, ਪਿਛਲੇ ਪਾਸੋਂ ਇੱਕ ਛੱਡ ਕੇ ਲਿਖਿਆ। ਦੇਖੋ N ਵਾਸਤੇ ਤਾਂ ਇੱਕ ਅਗਲਾ ਹੀ ਲਿਖਿਆ, ਉਦੋਂ ਬਾਅਦ A ਵਾਸਤੇ ਪਿੱਛੋਂ ਦੂਜਾ ਲਿਖਿਆ, ਠੀਕ ਹੈ। ਅਤੇ M ਵਾਸਤੇ ਅੱਗੋਂ ਤੀਜਾ ਲਿਖਿਆ, ਅਤੇ E ਵਾਸਤੇ ਪਿੱਛੋਂ, ਠੀਕ ਹੈ, E ਵਾਸਤੇ ਪਿੱਛੋਂ ਲਿਖਿਆ। ਇੱਕ ਵਾਰੀ ਅੱਗੋਂ ਇੱਕ ਵਾਰੀ ਪਿੱਛੋਂ ਐਂ ਲਿਖਿਆ ਮੈਨੂੰ, ਠੀਕ ਹੈ। ਦੇਖੋ N ਨੂੰ ਇਹਨਾਂ ਨੇ O ਲਿਖਿਆ, ਤਾਂ N ਤਾਂ ਅੱਗੇ O ਅਗਲਾ ਹੀ ਹੈ। A ਨੂੰ ਇਹਨਾਂ ਨੇ Y ਲਿਖਿਆ, ਪਿਛਲੇ ਪਾਸੋਂ ਸ਼ੁਰੂ ਕਰਕੇ ਦੂਜਾ ਅੱਖਰ ਲਿਖਿਆ। ਉਦੋਂ ਬਾਅਦ M ਨੂੰ ਇਹਨਾਂ ਨੇ P ਲਿਖਿਆ, ਮਤਲਬ ਦੋ ਛੱਡ ਤੇ, N ਤੇ O ਛੱਡ ਕੇ ਤੀਜਾ ਲਿਖਿਆ। ਉਦੋਂ ਬਾਅਦ E ਨੂੰ ਇਹਨਾਂ ਨੇ ਕੀ ਲਿਖਿਆ ਵੀ A ਲਿਖਿਆ, ਮਤਲਬ ਪਿੱਛੇ ਚੱਲ ਕੇ ਚੌਥਾ ਲਿਖਿਆ। ਇੱਕ ਵਾਰੀ ਅੱਗੇ ਇੱਕ ਵਾਰੀ ਇੱਕ ਵਧਾ ਕੇ ਫਿਰ ਪਿੱਛੇ, ਠੀਕ ਹੈ। ਜਦੋਂ ਇਹਨੂੰ ਵੀ ਆਪਾਂ ਹੀ ਲਿਖਾਂਗੇ, T ਨੂੰ ਅਗਲਾ ਅੱਖਰ ਲਿਖਾਂਗੇ U, ਠੀਕ ਹੈ। E ਵਾਸਤੇ ਪਿੱਛੇ ਚੱਲਾਂਗੇ, ਪਿੱਛੋਂ ਦੂਜਾ ਕਿਹੜਾ ਲਿਖਿਆ ਜਾਊਗਾ ਬੇਟਾ? C। A ਵਾਸਤੇ ਅੱਗੋਂ ਤੀਜਾ BC, D ਲਿਖਿਆ ਜਾਏਗਾ। M ਵਾਸਤੇ ਪਿਛਲੇ ਪਾਸੋਂ ਚੌਥਾ ਮਤਲਬ I, UCDI ਇਹਦੇ ਲਈ ਸਹੀ ਆਪਸ਼ਨ ਬਣੇਗੀ। ਕਿਸੇ ਕੋਡ ਭਾਸ਼ਾ ਵਿੱਚ PUT ਨੂੰ 57 ਲਿਖਿਆ ਜਾਂਦਾ, ਤਾਂ ਬੈਟ ਨੂੰ ਕਿਵੇਂ ਲਿਖਿਆ ਜਾਏਗਾ? ਜਦ ਇਹ ਅੰਕਾਂ ਦਾ ਸਥਾਨ ਕੱਢ ਲਓ, ਇੰਗਲਿਸ਼ ਅਲਫਾਬੈਟ ਦੇ ਵਿੱਚ ਕਿੱਥੇ ਆਉਂਦਾ, ਉਹਨਾਂ ਦਾ ਕੀ ਕਰ ਦਿਓ? ਜੋੜ ਕਰ ਦਿਓ, ਠੀਕ ਹੈ। P ਆ ਜਿਹੜਾ ਕਿੰਨਵੇਂ ਨੰਬਰ 'ਤੇ ਆਉਂਦਾ ਬੇਟਾ? 16ਵੇਂ 'ਤੇ। U ਕਿੰਨਵੇਂ 'ਤੇ ਆਉਂਦਾ? 21ਵੇਂ 'ਤੇ, ਅਤੇ ਇਹ 20ਵੇਂ 'ਤੇ ਆਉਂਦਾ T, ਠੀਕ ਹੈ। ਇਹਨਾਂ ਦਾ ਜੋੜ ਕਰ ਦਾਂਗੇ, ਕਿੰਨਾ ਬਣ ਜਾਏਗਾ? 57 ਬਣ ਜਾਏਗਾ, ਠੀਕ ਹੈ। ਨਹੀਂ ਆਪਾਂ BAT ਲਈ ਵੀ ਅੰਕਾਂ ਦਾ ਜੋੜ ਕਰ ਦਾਂਗੇ, ਠੀਕ ਹੈ। B ਆ ਜਿਹੜਾ ਦੂਜੇ 'ਤੇ ਆਉਂਦਾ, A ਪਹਿਲੇ 'ਤੇ ਆਉਂਦਾ, T ਆ ਜਿਹੜਾ 20ਵੇਂ 'ਤੇ ਆਉਂਦਾ, ਤਾਂ ਕਿੰਨਾ ਬਣ ਜਾਏਗਾ ਬੇਟਾ? ਇਹਦੇ ਲਈ ਸਹੀ ਆਪਸ਼ਨ 23 ਬਣ ਜਾਏਗਾ। ਜੇਕਰ ਕਿਸੇ ਕੋਡ ਭਾਸ਼ਾ ਵਿੱਚ ਰਮਨ ਨੂੰ ਐਵੇਂ ਲਿਖਿਆ ਜਾਂਦਾ, ਇਹਦਾ ਸਿਰਫ ਅੰਕਾਂ ਦੇ ਸਥਾਨ ਲਿਖੇ ਗਏ ਨੇ। R ਆ ਜਿਹੜਾ ਉਹ 18ਵੇਂ ਨੰਬਰ 'ਤੇ ਆਉਂਦਾ, ਠੀਕ ਹੈ ਬੇਟਾ। R 18ਵੇਂ 'ਤੇ ਆਉਂਦਾ, A ਪਹਿਲੇ 'ਤੇ ਆਉਂਦਾ, M 13ਵੇਂ 'ਤੇ ਆਉਂਦਾ, A ਫਿਰ ਪਹਿਲੇ 'ਤੇ ਆਉਂਦਾ, N 14ਵੇਂ 'ਤੇ ਆਉਂਦਾ। ਐਵੇਂ ਆਪਾਂ ਇਹਦੇ ਲਈ ਲਿਖਣਾ KAPILA। K ਆ ਜਿਹੜਾ ਉਹ 11ਵੇਂ 'ਤੇ ਆਉਂਦਾ, A ਪਹਿਲੇ 'ਤੇ ਆਉਂਦਾ, P ਆ ਜਿਹੜਾ ਬੇਟਾ 16ਵੇਂ 'ਤੇ ਆ ਜਾਂਦਾ, ਐਵੇਂ I 9ਵੇਂ 'ਤੇ ਆਉਂਦਾ, L ਆ ਜਿਹੜਾ ਉਹ 12ਵੇਂ 'ਤੇ ਆ ਜਾਂਦਾ, ਅਤੇ A ਆ ਪਹਿਲੇ 'ਤੇ ਆਉਂਦਾ। 11 11 69 121 ਤੀਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਜੇਕਰ ਨੀਲੇ ਨੂੰ ਹਰਾ ਕਿਹਾ ਜਾਵੇ, ਹਰੇ ਨੂੰ ਸਫੈਦ, ਸਫੈਦ ਨੂੰ ਲਾਲ, ਲਾਲ ਨੂੰ ਕਾਲਾ ਕਿਹਾ ਜਾਵੇ, ਤਾਂ ਸਾਫ਼ ਅਸਮਾਨ ਦਾ ਰੰਗ ਕਿਹੜਾ ਹੋਏਗਾ? ਕਿਹੜਾ ਹੋਏਗਾ ਬੇਟਾ? ਨੀਲੇ ਨੂੰ ਕੀ ਕਹਿਣਾ? ਹਰਾ। ਕੀ ਹੋਏਗਾ? ਹਰਾ ਹੋਏਗਾ। 1 ਜਨਵਰੀ 2001 ਨੂੰ ਸੋਮਵਾਰ ਸੀ, ਤਾਂ 31 ਦਸੰਬਰ 2001 ਨੂੰ ਹਫ਼ਤੇ ਦਾ ਕਿਹੜਾ ਦਿਨ ਹੋਏਗਾ ਬੇਟਾ? ਸੋਮਵਾਰ ਹੀ ਹੋਏਗਾ, ਕਿਉਂਕਿ ਇੱਕ ਆਮ ਸਾਲ ਦਾ ਪਹਿਲਾ ਅਤੇ ਆਖਰੀ ਦਿਨ ਆ ਜਿਹੜਾ ਉਹ ਬਰਾਬਰ ਹੁੰਦਾ। 23 ਵਿਦਿਆਰਥੀਆਂ ਦੀ ਜਮਾਤ ਵਿੱਚ ਅਗਲੇ ਪਾਸੋਂ ਮੋਹਨ ਅਤੇ ਸੋਹਣ ਕਰਮਵਾਰ 12ਵੇਂ ਅਤੇ 13ਵੇਂ ਸਥਾਨ 'ਤੇ, ਪਿਛਲੇ ਪਾਸੇ ਆਖਰੀ ਪਾਸੋਂ ਕਿਹੜੇ ਸਥਾਨ ਹੋਣਗੇ? ਦੇਖੋ ਅਗਲੇ ਪਾਸੋਂ 12ਵੇਂ ਅਤੇ 13ਵੇਂ ਸਥਾਨ 'ਤੇ ਹੈ। ਜੇ ਆਪਾਂ ਮੋਹਨ ਦੀ ਗੱਲ ਕਰੀਏ, ਉਹ ਅਗਲੇ ਪਾਸੋਂ 12ਵੇਂ ਸਥਾਨ 'ਤੇ ਆ, ਤਾਂ 11 ਉਹਦੇ ਉੱਪਰ ਨੇ, 12ਵੇਂ ਸਥਾਨ 'ਤੇ ਉਹ ਆਪ ਹੈ ਮੋਹਨ, ਠੀਕ ਹੈ। ਟੋਟਲ 23 ਨੇ, ਇੱਕੋ ਆਪ ਹੋ ਜੂ 12, ਅਤੇ ਕਿੰਨੇ ਰਹਿ ਗਏ ਵੀ? 11 ਹੀ ਰਹਿ ਗਏ ਨਾ। 11 ਇੱਧਰ, 11 ਉੱਪਰ, 11 ਨੀਚੇ, 11 22 ਅਤੇ ਇੱਕ 23, ਤਾਂ ਪਿਛਲੇ ਪਾਸੋਂ ਕਿੰਨਵੇਂ ਸਥਾਨ 'ਤੇ ਹੋ ਜੂਗਾ? ਮੋਹਨ ਆ ਜਿਹੜਾ ਪਿਛਲੇ ਪਾਸੋਂ 12ਵੇਂ ਸਥਾਨ 'ਤੇ ਹੋ ਜਾਏਗਾ। ਅਤੇ ਆਪਾਂ ਜੇ ਸੋਹਣ ਦੀ ਗੱਲ ਕਰੀਏ, ਉਹ 13ਵੇਂ ਸਥਾਨ 'ਤੇ ਆ, ਤਾਂ 12 ਉਹਦੇ ਉੱਪਰ ਹੋ ਜਾਣਗੇ, ਇੱਕੋ ਆਪ ਹੋ ਜੂਗਾ, ਠੀਕ ਹੈ ਬੇਟਾ। ਕਿੰਨੇ ਹੋ ਗਏ? 13 10, ਇੱਧਰਲੇ ਪਾਸੋਂ 10 ਹੋ ਜਾਣਗੇ, ਮਤਲਬ ਇੱਧਰਲੇ ਪਾਸੇ ਤਾਂ ਉਹ 11ਵੇਂ ਸਥਾਨ 'ਤੇ ਵੱਜੂਗਾ ਸੋਹਣ, ਅਤੇ ਉੱਪਰਲੇ ਪਾਸੋਂ 13ਵੇਂ 'ਤੇ ਸੀ, ਠੀਕ ਹੈ। ਮਤਲਬ ਮੋਹਨ ਆ ਜਿਹੜਾ ਪਿਛਲੇ ਪਾਸੋਂ 12ਵੇਂ 'ਤੇ, ਅਤੇ ਸੋਹਣ ਪਿਛਲੇ ਪਾਸੋਂ 11ਵੇਂ 'ਤੇ ਹੋਊਗਾ।
ਕਿਹੜੀ ਆਪਸ਼ਨ ਸਹੀ ਬਣੇਗੀ ਬੇਟਾ? ਚੌਥੀ। ਦਿੱਤੀ ਗਈ ਅੰਕਾਂ ਦੀ ਲੜੀ ਵਿੱਚ ਕਿੰਨੇ 7 ਅਜਿਹੇ ਨੇ ਜਿਨ੍ਹਾਂ ਤੋਂ ਬਾਅਦ 'ਚ 5 ਅਤੇ ਪਹਿਲਾਂ 6 ਆਉਂਦਾ? ਠੀਕ ਹੈ, ਬਾਅਦ ਦੇ ਵਿੱਚ ਤਾਂ 5 ਆਉਂਦਾ ਅਤੇ ਪਹਿਲਾਂ 6 ਆਉਂਦਾ। ਤਾਂ ਦੇਖਦੇ ਹਾਂ ਆਪਾਂ ਕਿੰਨੇ 7 ਅਜਿਹੇ ਨੇ। ਪਹਿਲਾਂ 6 ਅਤੇ ਬਾਅਦ ਵਿੱਚ 5। ਥੋੜ੍ਹਾ ਜਿਹਾ ਧਿਆਨ ਨਾਲ, ਇੱਕ ਤਾਂ ਇਹ ਹੋ ਗਿਆ ਪਹਿਲਾਂ 6 ਆਵੇ ਅਤੇ ਬਾਅਦ ਦੇ ਵਿੱਚ 5 ਆਵੇ। ਇੱਕ ਇਹ ਹੋ ਗਿਆ, ਇੱਕ ਇਹ ਹੋ ਗਿਆ, ਹੋਰ ਨਹੀਂ ਹੈਗਾ ਕੋਈ। ਠੀਕ ਹੈ, ਮਤਲਬ 3 ਨੇ ਇਹ ਜਿਨ੍ਹਾਂ ਦੇ ਪਹਿਲਾਂ ਤਾਂ 5 ਆਉਂਦਾ, ਪਹਿਲਾਂ 6 ਆਉਂਦਾ, ਬਾਅਦ ਦੇ ਵਿੱਚ 5 ਆਉਂਦਾ। ਕਿੰਨੇ ਨੇ ਬੇਟਾ? 3। ਇਹਨਾਂ ਦੀ ਗਿਣਤੀ ਕਿੰਨੀ ਹੈ? 3। ਅਗਲਾ, ਘੜੀ ਦੀ ਮਿੰਟਾਂ ਵਾਲੀ ਸੂਈ ਅਤੇ ਘੰਟਿਆਂ ਵਾਲੀ ਸੂਈ ਇੱਕ ਦਿਨ ਵਿੱਚ ਇੱਕ ਦੂਜੇ ਦੇ ਸਾਹਮਣੇ ਸਿੱਧੀ ਰੇਖਾ 'ਚ ਕਿੰਨੀ ਵਾਰ ਆਉਂਦੀਆਂ ਨੇ? ਸਿੱਧੀ ਰੇਖਾ 'ਚ ਸਰਲ ਕੋਣ ਬਣਾਉਂਦੀਆਂ, ਮਤਲਬ 22 ਵਾਰ ਆਉਂਦੀਆਂ ਨੇ। 7:40 'ਤੇ ਘੜੀ ਦੀ ਮਿੰਟਾਂ ਵਾਲੀ ਸੂਈ ਅਤੇ ਘੰਟਿਆਂ ਵਾਲੀ ਸੂਈ ਵਿਚਕਾਰ ਕਿੰਨੇ ਡਿਗਰੀ ਦਾ ਕੋਣ ਹੋਵੇਗਾ? ਆਪਾਂ ਕੱਢਿਆ, ਟਾਈਮ ਆਪਣੇ ਕੋਲ 7:40 ਹੈ। ਠੀਕ ਹੈ, ਮਤਲਬ ਘੰਟੇ 7 ਨੇ, ਮਿੰਟ 40 ਨੇ। ਥੀਟਾ ਬਰਾਬਰ 11/2। ਥੀਟਾ ਇਹਦੇ ਬਰਾਬਰ ਹੀ ਹੁੰਦਾ ਨਾ। ਥੀਟਾ ਬਰਾਬਰ 11/2 M ਮਾਈਨਸ 30 H, ਇਹ ਆਪਾਂ ਕੀਤਾ ਹੋਇਆ। ਭਰ ਦਿਓ 11/2 M, ਮਤਲਬ M ਮਤਲਬ ਮਿੰਟ ਕਿੰਨੇ ਨੇ? 40। ਘੰਟੇ ਕਿੰਨੇ ਨੇ ਵੀ? 7। ਕੱਟ ਕੇ ਕਿੰਨਾ ਆ ਜੂਗਾ? 20। 11 ਦੂਣੀ 22, 220, 7 ਜਾਂ 21 ਮਤਲਬ 210। 220 ਚੋਂ 10 ਕੱਢਦੇ, 210 ਕੱਢ ਦਾਂਗੇ ਤਾਂ 10 ਕਿੰਨੇ ਡਿਗਰੀ ਦਾ ਕੋਣ ਬਣੇਗਾ? 7:40 'ਤੇ 10 ਡਿਗਰੀ ਦਾ ਕੋਣ ਬਣੇਗਾ। ਪ੍ਰਸ਼ਨ ਚਿੰਨ੍ਹ ਦੀ ਜਗ੍ਹਾ 'ਤੇ ਸਹੀ ਵਿਕਲਪ ਚੁਣ ਕੇ ਭਰੋ। ਕੀ ਆਏਗਾ ਵੀ? ਇਹ ਆਪਾਂ ਭਰਨਾ। ਇਹਨਾਂ ਦੋਵਾਂ ਦੀ ਗੁਣਾ ਕਰ ਦਈਏ ਜੇ ਆਪਾਂ 7 ਅਤੇ 3 ਦੀ, ਤਾਂ ਆਪਣੇ ਕੋਲ 21 ਬਣ ਜਾਏਗਾ। 21 ਦੇ ਅੰਕਾਂ ਦਾ ਸਥਾਨ ਉਲਟਾ ਦਿਓ, 12 ਬਣ ਜਾਏਗਾ। ਐਵੇਂ 6 7 42 ਬਣ ਜਾਏਗਾ। 42 ਦੇ ਅੰਕਾਂ ਦਾ ਸਥਾਨ ਉਲਟਾ ਕੇ ਕੀ ਬਣ ਜਾਏਗਾ? 24। ਐਵੇਂ ਆਪਾਂ ਇੱਥੇ ਕਰਾਂਗੇ 9 8 72 ਬਣ ਜਾਏਗਾ। 72 ਦੇ ਸਥਾਨ ਉਲਟਾ ਦਿਓ ਅੰਕਾਂ ਦਾ, ਤਾਂ ਸਹੀ ਆਪਸ਼ਨ ਕੀ ਆਏਗੀ? ਇੱਥੇ 27 ਆਏਗੀ। ਪਹਿਲੀ ਆਪਸ਼ਨ ਸਹੀ ਬਣੇਗੀ। ਅੱਗੇ 4 3 25 5 2 29 ਕੀ ਦੱਸਿਆ? ਦੋਵਾਂ ਦਾ ਵਰਗ ਕਰਕੇ ਜੋੜਿਆ ਹੋਇਆ। ਚੌਕੀ 16, 30 9, 16 ਅਤੇ 9 25। ਠੀਕ ਹੈ, ਇੱਥੇ ਵੀ ਅਸੀਂ 5 5 25, ਚੌਕੀ 2 ਦੂਣੀ 4, 25 ਅਤੇ 4 29। ਅਸੀਂ ਆਪਾਂ ਇੱਥੇ ਕਰਾਂਗੇ 36, 30 9, 6 ਅਤੇ 9 15, ਮਤਲਬ ਕਿੰਨਾ ਆ ਜਾਏਗਾ ਬੇਟਾ? ਕੁਐਸਚਨ ਮਾਰਕ ਦੀ ਥਾਂ 'ਤੇ 45 ਆ ਜਾਏਗਾ। ਚੌਥੀ ਆਪਸ਼ਨ ਸਹੀ ਬਣ ਜਾਏਗੀ। ਅੱਗੇ ਦੇਖੋ, ਇਹਦੇ ਵਿੱਚ ਧਿਆਨ ਨਾਲ ਸਮਝੋ ਕੀ ਕੀਤਾ ਹੋਇਆ। ਇਹਨਾਂ ਦੀ ਗੁਣਾ ਕਰੋ। 7 ਦੂਣੀ 14, 34 ਆ 42, 42 ਇੱਥੇ ਬਣਿਆ ਸਾਹਮਣੇ। ਠੀਕ ਹੈ, 8 ਦੂਣੀ 16, 16 ਚੌਕਾ 64, 64 ਇੱਥੇ ਬਣਿਆ। 4 ਤੀਏ 12, 12 ਦੂਣੀ 24, 24 ਇੱਥੇ ਬਣਿਆ। ਮਤਲਬ ਇਹਨਾਂ ਦੀ ਗੁਣਾ ਜਿਹੜੀ ਉਹ ਇੱਥੇ ਬਣ ਜਾਏਗੀ ਕੁਐਸਚਨ ਮਾਰਕ ਦੀ ਥਾਂ 'ਤੇ। 4 5 20, 20 ਤੀਆ 60, ਕੁਐਸਚਨ ਮਾਰਕ ਦੀ ਜਗ੍ਹਾ 'ਤੇ ਕੀ ਆਏਗਾ ਬੇਟਾ? 60 ਆਏਗਾ। ਦੂਜੀ ਆਪਸ਼ਨ ਇਹਦੇ ਲਈ ਸਹੀ ਬਣੇਗੀ। ਅੱਗੇ ਦੇਖੋ ਕੀ ਕੀਤਾ ਹੋਇਆ। ਇਹਦਾ ਵਰਗ ਕਰਨਾ, ਇਹਦਾ ਘਣ ਕਰਨਾ। 2 ਦੂਣੀ 4 ਦੂਣੀ 8, 30 ਦੀਆਂ 9, 8 ਅਤੇ 9 17, 30 ਦੀਆਂ 9 ਦੀਆਂ 27, ਚੌਕੀ 16, 27 ਅਤੇ 16 ਕਿੰਨੇ ਬਣ ਜਾਣਗੇ? 43। ਠੀਕ ਹੈ, ਅਸੀਂ ਇੱਥੇ ਕਰੋ 5 5 25 5 125, 125 30 ਦੀਆਂ 9, ਇਹਦਾ ਵਰਗ ਕਰਨਾ। 125 ਅਤੇ 9 ਕਿੰਨੇ ਬਣ ਜਾਣਗੇ ਬੇਟਾ? 134 ਉਹ ਬਣਿਆ ਪਿਆ। ਠੀਕ ਹੈ, ਅਸੀਂ ਆਪਾਂ ਇੱਥੇ ਕਰਾਂਗੇ। ਇਹਦਾ ਕੀ ਕਰਨਾ ਆਪਾਂ? 6 ਦਾ ਕੀ ਕਰਨਾ? ਘਣ। 36 36 ਸੀਗਾ 216, ਅਤੇ ਇਹਦਾ ਕੀ ਕਰਨਾ ਆਪਾਂ? ਵਰਗ। ਚੌਕੀ 16, 216 ਅਤੇ 16 ਕਿੰਨੇ ਬਣ ਜਾਣਗੇ? 232 ਬਣ ਜਾਣਗੇ। ਇਹਦੇ ਲਈ ਤੀਜੀ ਆਪਸ਼ਨ ਸਹੀ ਬਣ ਜਾਏਗੀ। ਤੋਂ ਅੱਗੇ ਸਤਨਾਮ 10 ਕਿਲੋਮੀਟਰ ਉੱਤਰ ਵੱਲ ਤੁਰਦਾ ਹੈ। ਦੇਖੋ ਮੜਾ, ਇੱਧਰ ਉੱਤਰ, ਇੱਧਰ ਦੱਖਣ, ਇੱਧਰ ਪੂਰਬ, ਇੱਧਰ ਪੱਛਮ। ਸਤਨਾਮ 10 ਕਿਲੋਮੀਟਰ ਉੱਤਰ ਵੱਲ ਤੁਰਦਾ ਹੈ। ਉੱਤਰ ਵੱਲ 10 ਕਿਲੋਮੀਟਰ ਗਿਆ, ਇੱਥੋਂ ਚੱਲਿਆ 10 ਕਿਲੋਮੀਟਰ ਉੱਤਰ ਵੱਲ ਗਿਆ। ਠੀਕ ਹੈ ਬੇਟਾ, 10 ਚੱਲ ਗਿਆ। ਉਦੋਂ ਬਾਅਦ ਕਹਿੰਦੇ ਫਿਰ 6 ਕਿਲੋਮੀਟਰ ਦੱਖਣ ਦਿਸ਼ਾ ਵੱਲ, ਉਲਟ ਹੋ ਗਿਆ, ਮਤਲਬ ਇੱਥੋਂ ਮੁੜ ਗਿਆ। ਇੱਥੋਂ ਮੁੜ ਕੇ ਉਹਨੇ ਕੀ ਕੀਤਾ? 10 ਕਿਲੋਮੀਟਰ 6 ਕਿਲੋਮੀਟਰ ਆਇਆ। ਠੀਕ ਹੈ, ਇੱਥੇ 6 ਤੱਕ ਆ ਗਿਆ, ਮਤਲਬ ਇੱਧਰ ਆ ਕਿੰਨਾ ਬਚ ਗਿਆ? 4। ਫਿਰ ਉਹ ਇੱਥੋਂ ਉਹ 3 ਕਿਲੋਮੀਟਰ ਪੂਰਬ ਵੱਲ ਜਾਂਦਾ। 3 ਕਿਲੋਮੀਟਰ ਕਿੱਧਰ ਗਿਆ ਬੇਟਾ? ਪੂਰਬ ਵੱਲ। ਆਹ 3 ਹੋ ਗਿਆ, ਆਹ 4 ਸੀ, ਇਹ 3 ਹੋ ਗਿਆ। ਆਰੰਭਿਕ ਬਿੰਦੂ ਤੋਂ ਕਿੰਨੀ ਦੂਰ ਹੈ?
देखो समकोण त्रिभुज बन गई, आरंभिक बिंदु तो कितना दूर होगा 5 किलोमीटर, क्योंकि समकोण त्रिभुज के कर्ण बन गया ना ये 3 का स्क्वायर प्लस 4 का स्क्वायर स्क्वायर रूट के बराबर होगा, मतलब 9 प्लस 16, 16 ते 9 25, 25 का वर्गमूल कट लाँगे, 5 किलोमीटर आरंभिक बिंदु तो वो दूर है। ठीक है बेटा। उदू अगला, एक तस्वीर वाल इशारा करते हुए रविंदर ने कहा, ये मेरे दादा के इकलौते पुत्र की बेटी है। ये मेरे दादा के इकलौते पुत्र, मतलब इकलौते पुत्र, मेरे दादा के इकलौते पुत्र की गल कर रहे हैं, मतलब वह पिता हो गया, पिता की बेटी, वो पिता की बेटी वो की लगूगी बेटा भैन लगूगी, मतलब वो उस लड़की का की लगूगा भरा लगूगा। जेकर क्यू दर्शाता प्लस नूं, जे दर्शाता गुणा नूं, टी दर्शाता माइनस नूं, के दर्शाता भाग नूं, तां दसो। ਇਹਦੇ ਵਿੱਚ ਪਹਿਲਾਂ ਤਾਂ ਜਿੰਨੀਆਂ ਵੀ ਵੈਲਿਊਜ਼ ਤੁਹਾਨੂੰ ਦਿੱਤੀਆਂ ਉਹ ਪੁੱਟ ਕਰ ਦਿਓ ਸਾਰੀਆਂ। ਠੀਕ ਹੈ, ਜਿਹੜੀਆਂ ਵੀ ਦਿੱਤੀਆਂ 30 ਮੈਂ ਸਾਰੀਆਂ ਵੈਲਿਊਜ਼ ਇੱਕ ਵਾਰੀ 'ਚ ਹੀ ਪੁੱਟ ਕਰ ਦੂੰਗਾ। ਭਾਗ 2 प्लस 3 गुणा 6 माइनस 5 ਸਾਰੀਆਂ ਵੈਲਿਊਜ਼ ਇੱਥੇ ਮੈਂ ਪੁੱਟ ਕਰਤੀਆਂ। ਪਹਿਲਾਂ ਭਾਗ ਹੱਲ ਕਰਾਂਗੇ, ਕਿੰਨਾ ਆ ਜਾਊਗਾ ਜੀ 15 ਪਲੱਸ ਗੁਣਾ ਹੱਲ ਕਰ ਦਿਓ ਛੇਤੀ 18 ਮਾਈਨਸ 5, 15 ਅਤੇ 18 ਦਾ ਜੋੜ ਕਿੰਨਾ ਬਣ ਜਾਏਗਾ 33, 33 ਦੇ ਵਿੱਚੋਂ ਜੇ ਆਪਾਂ 5 ਘਟਾ ਦਾਂਗੇ ਕਿੰਨਾ ਬਣ ਜਾਏਗਾ ਆਪਣੇ ਕੋਲ 28। ਇਹਦੇ ਲਈ ਦੂਜੀ ਆਪਸ਼ਨ ਸਹੀ ਬਣ ਜਾਏਗੀ। ਏ ਦਰਸਾਉਂਦਾ ਗੁਣਾ ਨੂੰ, ਬੀ ਦਰਸਾਉਂਦਾ ਭਾਗ ਨੂੰ, ਸੀ ਦਰਸਾਉਂਦਾ ਮਾਈਨਸ ਨੂੰ, ਡੀ ਪਲੱਸ ਨੂੰ, ਤਾਂ ਦੱਸੋ। ਇਹਦੇ ਵਿੱਚ ਵੀ ਪਹਿਲਾਂ ਜਿਵੇਂ ਕਹਿੰਦੇ ਨੇ ਉਹ ਵੈਲਿਊਜ਼ ਭਰ ਦਿਓ। 26 गुणा 74 भाग 4 माइनस 5 प्लस 2। ठीक है, 26 गुणा 74 बटा 4 माइनस 5 प्लस 2, 2 दूनी 4, 37 दूनी 76, 2 गुण 2 13 दूनी 26, 13 ਤੇ 37 ਦੀ ਪਹਿਲਾਂ ਗੁਣਾ ਕਰੋ, 13 ਤੇ 37 ਦੀ ਗੁਣਾ ਕਰੋ ਬੇਟਾ, ਕੀ ਬਣ ਜਾਏਗਾ 481। 13 37 ਦੀ ਗੁਣਾ ਕਰਾਂਗੇ, ਇਹਦੇ ਵਿੱਚ 5 ਘਟਾਉਣੇ ਅਤੇ 2 ਜੋੜਨੇ ਆ, 483 ਜੋੜ ਕਰਕੇ 483 ਬਣ ਜਾਏਗਾ। 483 ਦੇ ਵਿੱਚੋਂ 5 ਘਟਾਉਣੇ ਆ, ਕਿੰਨਾ ਬਣ ਜਾਏਗਾ ਵੀ 478। 478 ਇਹਦੇ ਲਈ ਸਹੀ ਆਪਸ਼ਨ ਆ ਜਾਏਗੀ। ਤੀਜੀ ਆਪਸ਼ਨ, ਪੀ ਲੰਬਾ ਹੈ ਕਿਊ ਤੋਂ, ਪੀ ਕਿਊ ਤੋਂ ਲੰਬਾ है। ठीक है, आर छोटा है पी तो, मतलब पी बड़ा हो गया आर तो। ठीक है, एस लंबा है टी तो, एस आ जोड़ा वो टी तो लंबा है, पर क्यू तो छोटा है, क्यू तो छोटा मतलब क्यू ये तो की हो गया बड़ा। तो देखो इतों क्यू बड़ा है, क्यू तो बड़ा की है पी, जे आप आर नूं देख लीए वो तो भी बड़ा की है पी, कहते सब तो लंबा कौन है फिर पी है। चिन्ह ਦੇ ਦੋਨੇ ਪਾਸੇ ਆਪਸੀ ਸੰਬੰਧ ਸਥਾਪਿਤ ਕਰਕੇ ਸਹੀ ਵਿਕਲਪ ਦੀ ਚੋਣ ਕਰਕੇ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ ਆਪਾਂ ਨੇ ਭਰਨੀ ਹੈ ਕੀ ਹੈ। ਠੀਕ ਹੈ ਬੇਟਾ, ਇਹ ਵੀ ਦੇਖੋ ਕੀ ਕੀਤਾ ਹੋਇਆ ਇਹਦੇ ਵਿੱਚ 13 ਦਾ ਫਰਕ ਪਾਇਆ ਹੋਇਆ। ਪਹਿਲਾਂ ਏ ਬੀ ਦੇ ਵਿੱਚ 13 ਦਾ ਫਰਕ ਪਾਇਆ, ਮਤਲਬ ਐਮ ਐਨ ਬਣ ਗਏ ਅੱਗੇ ਐਫ ਈ, ਏ ਬੀ ਤੋਂ ਬਾਅਦ ਐਫ ਈ ਲਿਖਿਆ ਹੋਇਆ, ਮਤਲਬ ਪਹਿਲਾਂ ਏ ਬੀ ਲਿਖਿਆ ਉਸ ਤੋਂ ਬਾਅਦ पिछले पासों शुरू करके की लिखा बेटा ई एफ पिछले पासों जहाँ आप शुरू की एफ ई लिखा होया। पहला तो ए बी के जोड़े 2 अखर वो छड्डे गए ने। ठीक है, सी तो डी छड्ड के ई एफ नूं लिखा, ई एफ नूं उल्टा के लिखा एफ ई। ठीक है, एम ई एम एन दे किया, एम एन तो लगातार ही लिखता, उस तो बाद 2 अखर छड्ड के ओ पी उन्होंने की लिखा आर क्यू, एम ही आप जे के ਉਹ ਐਨ ਦੇ ਵਿੱਚ ਦੇਖ ਲੈਂਦੇ ਵੀ ਕੀ ਕਰਿਆ, ਜੇ ਕਿ ਤਾਂ ਲਗਾਤਾਰ ਹੀ ਹੋ ਗਿਆ। ਉਹ ਤੋਂ ਬਾਅਦ ਓ ਐਨ ਲਿਖਿਆ, ਦੇਖੋ 2 ਛੱਡ ਕੇ ਐਲ ਐਮ ਛੱਡ ਕੇ ਐਨ ਓ ਆਉਂਦਾ ਉਹਨੂੰ ਓ ਐਨ ਲਿਖਤਾ, ਤਾਂ ਇਹ ਕਿਹਦੇ ਵਿੱਚ ਬਣਿਆ ਹੋਇਆ ਬੇਟਾ ਤੀਜੀ ਆਪਸ਼ਨ 'ਚ ਬਣਿਆ। ਵੀ ਡਬਲਿਊ ਤਾਂ ਲਗਾਤਾਰ ਹੀ ਹੈ। ਉਸ ਤੋਂ ਬਾਅਦ ਦੇਖੋ ਏ ਲਿਖਿਆ 2 ਛੱਡ ਕੇ, ਵੀ ਡਬਲਿਊ 2 ਛੱਡ ਕੇ, ਵਾਈ ਜ਼ੈਡ ਛੱਡ ਕੇ ਤਾਂ ਏ ਜ਼ੈਡ ਲਿਖਿਆ। ਠੀਕ ਹੈ, 2 ਛੱਡਤੀ ਨਾ, ਜਿਵੇਂ ਏ ਬੀ ਦੇ ਵਿੱਚ ਸੀ ਡੀ ਛੱਡ ਕੇ ਈ ਐਫ ਲਿਖਿਆ ਸੀ, ਐਵੇਂ ਵੀ ਡਬਲਿਊ ਛੱਡ ਕੇ ਐਕਸ ਵਾਈ ਛੱਡ ਕੇ ਜ਼ੈਡ ਏ ਲਿਖਣਾ ਸੀ, ਤਾਂ ਏ ਜ਼ੈਡ ਉਹਨੂੰ ਲਿਖਤਾ, ਮਤਲਬ ਤੀਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਹੇਠਾਂ ਦਿੱਤੇ ਗਏ ਚਿੱਤਰਾਂ ਵਿੱਚੋਂ ਕਿਹੜਾ ਚਿੱਤਰ ਪ੍ਰਾਸ਼ਨ ਚਿੱਤਰ ਵਿੱਚ ਦਿੱਤੇ ਗਏ 3 ਸ਼ਬਦਾਂ ਦਾ ਸਹੀ ਸੰਬੰਧ ਦਰਸਾਉਂਦਾ ਹੈ। ਪਹਿਲੀ ਆਪਸ਼ਨ ਹੈ ਘੋੜਾ ਜਾਨਵਰ ਕੁੱਤਾ, ਘੋੜਾ ਜਾਨਵਰ ਕੁੱਤਾ, ਘੋੜਾ ਅਤੇ ਕੁੱਤਾ ਦੋਨੇ ਕੀ ਨੇ ਵੀ ਜਾਨਵਰ ਨੇ,
मतलब ये कि सही ऑप्शन बनेगी ई ऑप्शन ये सही बन जाएगी चौथी ऑप्शन। पुरुष स्त्री खिडारी, देखो खिडारी पुरुष भी हो सकते हैं स्त्रियां भी हो सकते हैं, ठीक है। ये कि ऑप्शन सही बनेगी ए ऑप्शन ये सही बन जाएगी। उदों अगे पुस्तक विद्यार्थी पेज, पुस्तक के पेज होंगे ने विद्यार्थियों का इन्होंने कोई कनैक्शन नहीं है। ए ऑप्शन ये सही बनेगी। देखो कि है बेटा ये कि है बी ऑप्शन ये सही बन जाएगी। अगे पैन स्याही लिखण समग्री, पैन तो स्याही है जोड़े दोनों लिखण समग्रियाँ ने, ठीक है, उन्होंने आप लिखते हैं। ये बन जाएगी ये सही ऑप्शन कि है भी ये ई ऑप्शन, ये ई ऑप्शन है जी सही बन जाएगी चौथी। 3 के उल्ट पासे तो अंक किहड़ा आएगा, 3 के उल्ट पासे तो ना तो 1 आ सकता ना 6 आ सकता, क्योंकि वो एक पासे पे ने, तो 1 तो 6 इन्हों के विचों नहीं आउणगे, ठीक है। उदों बाद 3 के उल्ट पासे तो 1 तो 5, मतलब 5 भी नहीं आ सकता क्योंकि 5 भी साइड पर पिया, मतलब कि आएगा बेटा फिर 4 आएगा, ये दूजी ऑप्शन सही बन जाएगी। 6 के उल्ट पासे कि अंक है, 6 के उल्ट पासे 2 तो 3 नहीं आ सकते क्योंकि साइड पर पे ने, 2 भी नहीं आ सकता, 3 भी नहीं आ सकता, इतों देखो भी 4 भी नहीं आ सकता क्योंकि वो भी एक पासे पे, मतलब कि होगा 6 के उल्ट 1 आएगा, पहली ऑप्शन सही बनूगी। जेकर चक्कर जवान व्यक्तियों को दर्शाता है, त्रिभुज अनपढ़ व्यक्तियों को दर्शाता है, आयत रोजगार प्राप्त व्यक्तियों को दर्शाता, तो निम्नलिखित प्रश्नों के उत्तर दो। जवान अनपढ़ तो रोजगार प्राप्त व्यक्तियों को किहड़ा खेत्र दर्शाता है, मतलब तिन्ने आउंदे ने जिहड़े चक्कर आयत ते त्रिभुज दे विच किहड़े आउंदे ने भी किहड़ा अंक आउंदा 4, तो ये किहड़ी सही ऑप्शन आ जाएगी, पहली ऑप्शन 4 आ जाएगी। अगे देखो अगला क्वेश्चन, किहड़ा खेत्र पढ़े लिखे जवान और रोजगार प्राप्त, किहड़ा खेत्र पढ़े लिखे जवान और रोजगार प्राप्त व्यक्तियों को दर्शाता। पढ़े लिखे मतलब अनपढ़ वाला आपां विच नहीं लेना, जवान तो रोजगार वाले आपां देखने, जवान तो रोजगार देखो भी, पढ़े लिखे मतलब त्रिभुज नहीं लैनी आपां ने, आपां देखना भी चक्कर ते वर्ग दे जां आयत दे विच किहड़ा आउंदा, किहड़ा अंक आउंदा बेटा 2 आउंदा है, ठीक है 2 आउंदा ना, आ देखो, तो ये फिर 2 आ जिहड़ा सही ऑप्शन आ जाएगी तीजी। किहड़ा खेत्र जवान पढ़े लिखे तो बिना रोजगार प्राप्त, रोजगार भी नहीं अनपढ़ भी नहीं, मतलब की है किहड़ा जवान, जवान नूं कौन दर्शाउंदा, देखो जवान नूं कौन दर्शाउंदा भी कल्ले जवान, मतलब किहड़ा चक्कर दे विच ही है कल्ले च, वही देखना ना आपां किहड़ा कल्ले चक्कर दे विच है, किहड़ा भी 1 है, तो ये फिर 1 चौथी ऑप्शन है जी सही आ जाएगी। ए बी के दक्षिण में है, सी बी के पूर्व में है, ए सी की किस दिशा में है, जे आप इत्थे उत्तर ले लीए, इत्थे आप दक्षिण ले लीए, इधर आप पूरब, इधर पश्चिम ले लीए, ठीक है। हम करते हैं आप ए बी के दक्षिण में है, जो मैं बी इत्थे बना दा तो ए इत्थे बन जूगा क्योंकि दक्षिण में है, ए बी के दक्षिण में है, सी है जोड़ा बी के पूर्व में है, बी का पूर्व इधर, ठीक है। तो ए के संदर्भ के सी की दिशा आप दसनी है, ए सी की किस दिशा में है, सी की किस दिशा में है बेटा, ए दक्षिण पश्चिम, आ पश्चिम है इत्थे दक्षिण है, दक्षिण पश्चिम दिशा में है, मतलब दूजी ऑप्शन इसलिए सही बनूगी। डायग्राम के आधार पर उत्तर दो, किन्ने वर्ग हैं, किन्ने वर्ग हैं भी, एक 5 तो देसी रहे हैं थोनों है ना, 1 2 3 4 5 तो ये हो गए, ठीक है। उस तो बाद कुछ प्लस वाली डायग्राम विचाले बन रही है, मैं तुहानूं वीडियो के भी दस्सिया सी, प्लस वाली डायग्राम के किन्ने वर्ग होंगे बेटा 5 वर्ग होंगे ने, तो 5 वर्ग ये हो गए, 5 आप गिन लिए, टोटल वर्ग किन्ने हो जाएंगे 10, देखो 5 दे 6 7 8 9 एक सारा 10, मतलब इस कृति के कुल किन्ने वर्ग हैं 10 वर्ग हैं, तो तीजी ऑप्शन ये सही बन जाएगी। अगला आप पता करना है चित्र में किन्नियां सीधियां रेखावां हैं, ये आप देखते हैं, देखो बेटा किन्नियां सीधियां, पहला आप हॉरीजॉन्टल काउंट करांगे 1 2 3 4, हॉरीजॉन्टल ने जड़ियाँ वो किन्नियां ने 4, हुण आपां देखते हैं बेटा वर्टिकल किन्नियां ने 1 2 3 4, वर्टिकल भी किन्नियां ने बेटा 4। हुण आपां देखते हैं टेढ़ियां रेखावां स्लेट लाइनस किन्नियां ने, टेढ़ियां रेखावां देखो किन्नियां ने भी 1 2 3
4 5 6 पूरी किरती बन गई ना। तो स्लेट लाइनस कितनी ने 6 ने। जोड़ दो सारे 4 ਤੇ 4 8 ਤੇ 6 14। इस आकृति ਦੇ ਵਿੱਚ 14 ਸਿੱਧੀਆਂ ਰੇਖਾਵਾਂ ਹਨ। ਠੀਕ ਹੈ, ਦੂਜੀ ਆਪਸ਼ਨ ਸਹੀ ਬਣ ਜਾਏਗੀ। ਇਹ ਚਿੱਤਰ ਵਿੱਚ ਕਿੰਨੀਆਂ ਤ੍ਰਿਭੁਜਾਂ ਹਨ? 56 ਤ੍ਰਿਭੁਜਾਂ ਹਨ ਬੇਟਾ। ਗਿਣਦੇ ਆਪਾਂ। ਦੇਖੋ ਜਿਹੜੀ ਇਹ ਕਿਰਤੀ ਹੁੰਦੀ ਹੈ ਨਾ, ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀ ਸਮਝਾਇਆ ਸੀ। ਇਹਦੇ ਵਿੱਚ ਜਦੋਂ ਵੰਡ ਜੀ ਹੋਈ ਹੋਵੇ, ਜਿੰਨੀ ਵੰਡ ਹੋਈ ਹੁੰਦੀ ਹੈ, ਮਤਲਬ ਜਿੰਨੇ ਟੁਕੜੇ ਬਣ ਗਏ, ਜਿੰਨੀਆਂ ਤ੍ਰਿਭੁਜਾਂ ਬਣ ਗਈਆਂ, ਉਹਦਾ ਆਪਾਂ ਦੁੱਗਣਾ ਕਰਨਾ ਹੁੰਦਾ। ਟੋਟਲ ਉਨੀਆਂ ਬਣਨੀਆਂ ਇਸ ਦੇ ਵਿੱਚ। ਉਹਦੇ ਵਿੱਚ 4 ਬਣੀਆਂ ਤਾਂ ਟੋਟਲ ਇਹਦੇ ਵਿੱਚ 8 ਬਣਨੀਆਂ। ਠੀਕ ਹੈ, ਤਾਂ ਦੇਖੋ ਫਿਰ 8 1 2 3 4 5 ਨੇ। 8 5 40 ਤਾਂ ਸਿੱਧੀਆਂ ਇਹੀ ਬਣ ਜਾਣਗੀਆਂ। ਠੀਕ ਹੈ, ਉਦੋਂ ਬਾਅਦ ਵਾਲੀਆਂ ਆਪਾਂ ਗਿਣਦੇ ਹਾਂ। 40 ਤਾਂ ਇਹ ਬਣ ਗਈਆਂ। ਠੀਕ ਹੈ, ਹੁਣ 2 2 ਵਾਲੀਆਂ ਆਪਾਂ ਦੇਖਦੇ ਹਾਂ ਵੀ 2 2 'ਚ ਕਿੰਨੀਆਂ ਬਣੀਆਂ। ਜਿਵੇਂ ਇੱਥੇ ਬਣੀਆਂ 1 ਠੀਕ ਹੈ, 2 2 ਕਿ ਵੀ ਬਣੀਆਂ ਹੋਈਆਂ ਦੇਖੋ 3 4। ਠੀਕ ਹੈ, ਹੋਰ ਸਾਈਡ 'ਤੇ ਇੱਧਰਲੇ ਪਾਸੋਂ ਜੀ ਸ਼ੁਰੂ ਕਰਦੀ ਆਪਾਂ 1 2। ਠੀਕ ਹੈ ਬੇਟਾ, ਚਾਰ ਇਸ ਪਾਸੇ ਬਣੀਆਂ, 4 ਇਸ ਪਾਸੇ, ਮਤਲਬ 8 ਇਹ ਬਣੀਆਂ 2 2 ਕਰਕੇ। ਠੀਕ ਹੈ, ਪਹਿਲਾਂ ਆਪਣੇ ਕੋਲ 40 ਬਣ ਰਹੀਆਂ ਸੀ, 8 ਇਹ ਬਣੀਆਂ। ਇਹ ਤੁਸੀਂ ਆਪਣੀ ਕਾਪੀ 'ਤੇ ਲਿਖ ਲਓ, ਯਾਦ ਰੱਖੋ। ਠੀਕ ਹੈ, ਹੁਣ ਆਪਾਂ 3 3 'ਚ ਦੇਖਦੇ ਹਾਂ ਕਿਹੜੀਆਂ ਬਣੀਆਂ ਹੋਈਆਂ। 3 3 ਕਰਕੇ ਕਿਹੜੀਆਂ ਬਣੀਆਂ। ਠੀਕ ਹੈ, ਇੱਕ ਤਾਂ ਇਹ ਬਣੀ ਹੈ। ਠੀਕ ਹੈ ਬੇਟਾ, ਇੱਕ ਕੀ ਬਣੀ ਹੈ, ਇਹ ਬਣ ਗਈ ਇੱਕ। ਠੀਕ ਹੈ, ਹੋਰ ਕੋਈ ਕੇ ਬਣ ਗਈ, ਕੇ ਬਣ ਗਈ। ਹੋਰ ਦੇਖੋ ਬੇਟਾ ਕਿਹੜੀ ਬਣਦੀ ਹੈ। ਇੱਕ ਬਣਦੀ ਆਪਣੇ ਕੋਲੇ ਇਹ ਵਾਲੀ। ਠੀਕ ਹੈ, ਹੋਰ ਕਿਹੜੀ ਬਣਦੀ ਹੈ ਬੇਟਾ। ਇੱਕ ਬਣਦੀ ਆਪਣੇ ਕੋਲ ਇਹ ਵਾਲੀ। ਠੀਕ ਹੈ, 4 ਇਹ ਬਣ ਗਈਆਂ। 4 ਇਹ ਬਣ ਗਈਆਂ। ਠੀਕ ਹੈ, ਪਹਿਲਾਂ ਆਪਣੇ ਕੋਲ 40 ਬਣੀਆਂ ਸੀ, ਫਿਰ 8 ਬਣੀਆਂ, 4 ਇਹ ਬਣੀਆਂ। 40 ਤੇ 8 48 ਤੇ 4 52। ਠੀਕ ਹੈ, ਹੋਰ ਦੇਖੋ ਕਿਹੜੀਆਂ ਬਣਦੀਆਂ ਨੇ। ਇਸ ਤੋਂ ਬਾਅਦ ਇੱਕ ਇਹ ਬਣਦੀ ਹੈ। ਠੀਕ ਹੈ, ਇਹ ਹਰੇਕ ਸਿਖਰ ਤੋਂ ਬਣੂਗੀ ਲਗਭਗ। ਠੀਕ ਹੈ, ਇੱਕ ਇਹ ਬਣਦੀ ਹੈ। ਤਾਂ ਦੂਜੇ ਪਾਸੋਂ ਸ਼ੁਰੂ ਕਰ ਲਈਏ ਆਪਾਂ ਜੀ, ਤਾਂ ਇੱਕ ਇਹ ਬਣਦੀ ਹੈ ਇੱਧਰਲੇ ਪਾਸੋਂ। ਠੀਕ ਹੈ, ਹੋਰ ਦੇਖੋ ਕਿਹੜੀ ਬਣਦੀ ਹੈ ਵੀ। 2 ਹੋ ਗਈਆਂ। ਹੋਰ ਇੱਧਰਲੇ ਪਾਸੋਂ ਇਹ ਬਣ ਗਈ ਇੱਕ। ਠੀਕ ਹੈ, ਇੱਕ ਬਣ ਜੂਗੀ। ਇੱਧਰਲੇ ਪਾਸੋਂ ਵੀ ਹੋ ਗਈ। ਇੱਧਰੋਂ ਰਹਿ ਗਈ, ਕੇ ਬਣ ਜਾਏਗੀ। ਠੀਕ ਹੈ, ਮਤਲਬ 4 ਇਹ ਬਣ ਗਈਆਂ। ਠੀਕ ਹੈ, 4 ਇਹ ਬਣੀਆਂ। ਪਹਿਲਾਂ ਆਪਣੇ ਕੋਲ 40 ਬਣੀਆਂ ਸੀਆਂ, ਫਿਰ 8, ਫਿਰ ਆਪਾਂ 4 ਜੋੜੀਆਂ। 4 ਆਪਾਂ ਇਹ ਜੋੜ, ਕਿੰਨੀਆਂ ਹੋ ਗਈਆਂ ਵੀ 40 ਤੇ 8 48 ਤੇ 8 56। ਇਸ ਆਕ੍ਰਿਤੀ ਦੇ ਵਿੱਚ ਕੁੱਲ 56 ਤ੍ਰਿਭੁਜ ਹਨ। ਠੀਕ ਹੈ, ਪਹਿਲੀ ਆਪਸ਼ਨ ਸਹੀ ਬਣ ਜਾਏਗੀ। ਵਰਗਾਂ ਨੂੰ ਛੱਡ ਕੇ ਕੁੱਲ ਕਿੰਨੀਆਂ ਆਇਤਾਂ ਨੇ? ਵਰਗ ਨਹੀਂ ਕਹਿੰਦੇ, ਆਇਤਾਂ ਦੱਸਣੀਆਂ ਕਿੰਨੀਆਂ ਨੇ। ਠੀਕ ਹੈ, ਆਪਾਂ ਗਿਣ ਲੈਂਦੇ ਹਾਂ। 1। ਠੀਕ ਹੈ ਬੇਟਾ, 2। ਇੱਕ ਆ ਸਾਰੇ ਇਹਨੂੰ ਮਿਲਾ ਕੇ ਬਣ ਜੂਗੀ ਸਾਰੀ ਨੂੰ। ਕਿੰਨੀਆਂ ਬਣੀਆਂ? 3। ਮਤਲਬ ਇਸ ਪੂਰੀ ਦੇ ਵਿੱਚ ਕਿੰਨੀਆਂ? 3। ਠੀਕ ਹੈ, ਇਹਦੇ ਵਿੱਚ 3 ਨੇ। ਤਾਂ ਜਿਹੜਾ ਆਪਾਂ ਜੇ ਇੱਧਰਲੇ ਪਾਸੋਂ ਗਿਣਾਂਗੇ, ਇੱਧਰ ਵੀ 3 ਹੋਣਗੀਆਂ, ਕਿਉਂਕਿ ਇੱਧਰ ਵੀ 3 ਸੇਮ ਹੀ ਡਾਇਗਰਾਮ ਹਨ। ਤਾਂ 6 ਤਾਂ ਇਹ ਹੋ ਗਈਆਂ ਇੱਦਾਂ। ਠੀਕ ਹੈ, ਉਦੋਂ ਬਾਅਦ ਦੇਖਦੇ ਹਾਂ ਆਪਾਂ। ਉਦੋਂ ਬਾਅਦ ਦੇਖੋ ਬੇਟਾ, ਇਹ ਬਣ ਜੂਗੀ ਇੱਕ, ਇਹ ਬਣ ਜੂ 2। ਠੀਕ ਹੈ, ਉਦੋਂ ਬਾਅਦ ਇੱਕ ਇਹ ਬਣ ਜੂਗੀ ਐਵੇਂ। ਠੀਕ ਹੈ, ਇਹ ਬਣ ਜੂ 4 ਇਹ ਬਣ ਜਾਣਗੀਆਂ। ਠੀਕ ਹੈ, ਪਹਿਲਾਂ ਕਿੰਨੀਆਂ ਬਣੀਆਂ ਸੀਆਂ? 6। 4 ਇਹ ਬਣ ਜਾਣਗੀਆਂ। ਟੋਟਲ ਕਿੰਨੀਆਂ ਬਣ ਜਾਣਗੀਆਂ ਬੇਟਾ? 10 ਆਇਤਾਂ ਇਹਦੇ ਵਿੱਚ ਵਰਗਾਂ ਨੂੰ ਛੱਡ ਕੇ ਬਣ ਜਾਣਗੀਆਂ। ਮਤਲਬ ਤੀਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਅਗਲਾ ਕੁਐਸਚਨ, ਇੱਕੋ ਜਿਹੇ ਆਕਾਰ ਦੇ ਘਣਾਂ ਨੂੰ ਬਲੌਕ ਦੇ ਰੂਪ ਦੇ ਵਿੱਚ ਰੱਖਿਆ ਗਿਆ ਹੈ। ਉਦਾਹਰਨ ਨੂੰ ਛੱਡ ਕੇ ਸਾਰੇ ਬੇਨਕਾਬ ਚਿਹਰਿਆਂ ਨੂੰ ਰੰਗ ਕੀਤਾ ਗਿਆ ਹੈ। ਉਦਾਹਰਨ ਨੂੰ ਰੰਗ ਨਹੀਂ ਕੀਤਾ, ਇਹਦਾ ਮਤਲਬ। ਠੀਕ ਹੈ, ਚਿੱਤਰ ਦੇ ਆਧਾਰ 'ਤੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾਂ ਆਪਾਂ ਨੂੰ ਪੁੱਛਦੇ ਨੇ
देखो बेटा इस चित्र ਵਿੱਚ ਕੁੱਲ ਕਿੰਨੇ ਘਣ ਹਨ। ਪਹਿਲਾਂ ਤਾਂ ਆਪਾਂ ਇਹਦੇ ਵਿੱਚ ਇਹ ਦੱਸਣਾ ਵੀ ਇਹਦੇ ਵਿੱਚ ਘਣ ਕਿੰਨੇ ਨੇ। ਠੀਕ ਹੈ, ਦੇਖੋ ਕਿੰਨੇ ਨੇ। ਪਹਿਲਾਂ ਤਾਂ 4 ਤਾਂ ਇਹ ਹੋ ਗਏ, 1 2 3 4, 4 ਹੀ ਇੱਧਰ ਹੋ ਜਾਣਗੇ, ਇੱਧਰਲੇ ਪਾਸੇ ਵੀ 4 ਹੀ ਹੋਣਗੇ, ਮਤਲਬ 8 ਇਹ ਹੋ ਗਏ। ਠੀਕ ਹੈ, ਉਸ ਤੋਂ ਬਾਅਦ 1 2 3 4, 4 ਨੇ ਇੱਕ ਦੇ ਵਿੱਚ। ਆਹ ਪੰਕਤੀਆਂ ਆਪਾਂ ਗਿਣ ਲੈਂਦੇ ਹਾਂ ਕਿੰਨੀਆਂ, 1 2 3 4 5 6, ਇੱਕ 4 ਨੇ ਤਾਂ 24 ਇਹ ਹੋ ਜਾਣਗੇ। 24 ਦੇ 8 ਕਿੰਨੇ ਹੋ ਗਏ, 32। ਇਸ ਆਕ੍ਰਿਤੀ ਦੇ ਵਿੱਚ ਕੁੱਲ 32 ਘਣ ਹਨ। ਠੀਕ ਹੈ ਬੇਟਾ, ਉਦੋਂ ਅਗਲਾ ਕੁਐਸਚਨ, ਅਜਿਹੇ ਕਿੰਨੇ ਘਣ ਹਨ ਜਿਨ੍ਹਾਂ ਦਾ ਸਿਰਫ ਇੱਕੋ ਚਿਹਰਾ ਰੰਗ ਕੀਤਾ ਗਿਆ ਹੈ। ਇੱਕੋ ਚਿਹਰੇ ਰੰਗ ਵਾਲੇ ਕਿਹੜੇ ਨੇ ਵੀ, ਆਹ ਹੋਣਗੇ ਜਿਨ੍ਹਾਂ ਦਾ ਇੱਕ ਪਾਸਾ ਰੰਗਿਆ ਜਾਊਗਾ, ਬਾਕੀਆਂ ਦੇ ਤਾਂ 2 ਜਾਂ 3 ਪਾਸੇ ਰੰਗੇ ਜਾਣਗੇ। 4 ਇਹ ਹੋ ਗਏ, 4 ਇਹਦੇ ਪਿਛਲੇ ਪਾਸੇ ਹੋਣਗੇ, ਮਤਲਬ ਕੁੱਲ ਕਿੰਨੇ ਹੋਣਗੇ, ਇਹ 8 ਹੋਣਗੇ ਜਿਨ੍ਹਾਂ ਦਾ ਇੱਕ ਪਾਸਾ ਰੰਗਿਆ ਹੋਊਗਾ। ਤੀਜੀ ਆਪਸ਼ਨ ਇਸ ਲਈ ਸੀ ਬਣੂਗੀ। ਅਜਿਹੇ ਕਿੰਨੇ ਘਣ ਹਨ ਜਿਨ੍ਹਾਂ ਦੇ ਸਿਰਫ 2 ਚਿਹਰੇ 'ਤੇ ਰੰਗ ਕੀਤਾ, 2 ਚਿਹਰਿਆਂ 'ਤੇ ਰੰਗ ਕੀਤਾ। ਹੁਣ ਇਹਨਾਂ ਦੇ ਵਿੱਚ ਆਹ ਜਿਹੜਾ ਉੱਪਰ ਆ ਇਹਨਾਂ ਦੇ ਵਿੱਚ 3 'ਤੇ ਰੰਗ ਕੀਤਾ, ਜਿਹੜੇ ਉਦੋਂ ਥੱਲੇ ਵਾਲੇ ਆਹ ਸਾਰੀ ਤੱਕ। ਠੀਕ ਹੈ, ਆਹ ਸਾਰੀਆਂ ਪੰਕਤੀਆਂ ਇਹਨਾਂ ਦੇ ਵਿੱਚ 2 ਪਾਸਿਆਂ 'ਤੇ ਰੰਗ ਕੀਤਾ। ਦੇਖ ਲਓ ਕਿੰਨੇ ਨੇ ਵੀ ਇਹ 2 ਪਾਸਿਆਂ 'ਤੇ ਰੰਗ ਕੀਤਾ ਹੋਇਆ। ਅਤੇ ਥੱਲੇ ਵਾਲੇ ਨੇ ਜਿਹੜੇ ਇਹਨਾਂ 'ਤੇ ਵੀ 2 ਪਾਸਿਆਂ 'ਤੇ ਰੰਗ ਕੀਤਾ, ਇੱਧਰਲੇ ਪਾਸੇ ਵੀ 2 ਹੋਣਗੇ, 2 ਇਹ ਹੋ ਗਏ। ਠੀਕ ਹੈ, ਜਿਨ੍ਹਾਂ ਦੇ 2 ਪਾਸਿਆਂ 'ਤੇ ਰੰਗ ਕੀਤਾ, 2 ਹੀ ਇੱਧਰਲੇ ਪਾਸੇ ਹੋਣਗੇ ਜਿਨ੍ਹਾਂ ਨੇ 2 ਪਾਸਿਆਂ 'ਤੇ ਰੰਗ ਕੀਤਾ। ਆਹ ਦੇਖ ਲਓ ਕਿੰਨੇ ਨੇ ਵੀ, ਆਹ 3 ਪੰਕਤੀਆਂ ਹੋ ਗਈਆਂ, ਇੱਕ 'ਚ 4 ਨੇ, ਅਤੇ 4 ਤੀਏ 12 ਤਾਂ ਇਹ ਹੋ ਜਾਣਗੇ। ਠੀਕ ਹੈ, ਕਿਉਂਕਿ ਇੱਕ ਦੇ ਵਿੱਚ 4 ਨੇ ਇਹ, ਅਤੇ 4 ਅਤੇ 4 8 ਅਤੇ 4 12, ਅਤੇ 2 14 ਅਤੇ 2 16, 4 ਹੋਰ ਕੁਝ ਜੁੜ ਗਏ, ਮਤਲਬ ਟੋਟਲ 16 ਘਣ ਅਜਿਹੇ ਹੋਣਗੇ ਜਿਨ੍ਹਾਂ ਦੇ 2 ਪਾਸਿਆਂ 'ਤੇ ਰੰਗ ਹੋਊਗਾ। ਓਕੇ, ਅਜਿਹੇ ਕਿੰਨੇ ਘਣ ਹਨ ਜਿਨ੍ਹਾਂ ਦੇ ਸਿਰਫ 3 ਚਿਹਰਿਆਂ 'ਤੇ ਰੰਗ ਕੀਤਾ। 3 ਚਿਹਰਿਆਂ 'ਤੇ ਰੰਗ ਵਾਲੇ, ਇਹ ਤਾਂ ਸੌਖੀ ਆ ਭਾਲਣੇ। ਇੱਕ ਤਾਂ ਆਹ ਹੋ ਗਈ ਪੂਰੀ ਜਿਨ੍ਹਾਂ ਦੇ 3 ਚਿਹਰਿਆਂ 'ਤੇ ਰੰਗ ਕੀਤਾ ਹੋਇਆ, 2 ਆਹ ਹੋ ਗਏ, 2 ਪਰਲੇ ਪਾਸੇ ਹੋ ਜਾਣਗੇ। ਠੀਕ ਹੈ, 4 ਇਹ ਹੋ ਜਾਣਗੇ ਮਤਲਬ ਨੀਚੇ, ਅਤੇ 4 ਹੀ ਆ ਉੱਪਰ ਹੋ ਜਾਣਗੇ। ਟੋਟਲ ਕਿੰਨੇ ਹੋ ਜਾਣਗੇ, 8। 8 ਅਜਿਹੇ ਘਣ ਹੋਣਗੇ ਜਿਨ੍ਹਾਂ ਦੇ 3 ਪਾਸਿਆਂ 'ਤੇ ਰੰਗ ਕੀਤਾ ਹੋਇਆ। ਠੀਕ ਹੈ ਬੇਟਾ, ਦਿੱਤੀ ਗਈ ਜਾਣਕਾਰੀ ਅਨੁਸਾਰ ਉੱਤਰ ਦਿਓ। ABCDEF 6 ਸ਼ਹਿਰ ਹਨ, ਇਹ ਪਹਾੜੀ ਸ਼ਹਿਰ ਨਹੀਂ ਹੈ, ਇਹ ਆਪਣਾ ਦਿੱਤਾ ਆਪਾਂ ਉੱਤਰ ਦੇਣੇ ਆ। ਕਿਹੜੇ 2 ਸ਼ਹਿਰ ਉਦਯੋਗਿਕ ਸ਼ਹਿਰ ਹਨ। E ਅਤੇ F ਆ ਜਿਹੜੇ ਉਦਯੋਗਿਕ ਸ਼ਹਿਰ ਹਨ। ਕਿਵੇਂ, ਦੇਖੋ ਬੇਟਾ D ਉਦਯੋਗਿਕ ਸ਼ਹਿਰ ਨਹੀਂ ਹੈ, ਇੱਥੇ ਲਿਖਿਆ ਦੇਖੋ D ਉਦਯੋਗਿਕ ਸ਼ਹਿਰ ਨਹੀਂ ਹੈ, ਤਾਂ ਇਹ ਆਪਸ਼ਨ ਖਤਮ ਹੋ ਜਾਂਦੀ ਹੈ। ਉਦੋਂ ਬਾਅਦ B ਵੀ ਹੈ ਜਿਹੜਾ ਉਦਯੋਗਿਕ ਸ਼ਹਿਰ ਨਹੀਂ ਹੈ, ਕਿਉਂਕਿ A ਉਦਯੋਗਿਕ ਸ਼ਹਿਰ ਹੈ। ਇੱਥੇ ਇਹਨਾਂ ਨੇ ਕੀ ਲਿਖਿਆ ਵੀ A ਅਤੇ B ਇੱਕੋ ਜਿਹੀਆਂ ਥਾਵਾਂ ਨਹੀਂ ਹੈ। ਜੇ A ਉਦਯੋਗਿਕ ਸ਼ਹਿਰ ਹੈ ਤਾਂ B ਉਦਯੋਗਿਕ ਸ਼ਹਿਰ ਨਹੀਂ ਹੋ ਸਕਦਾ, ਇਸ ਕਰਕੇ ਆ ਵੀ ਖਤਮ ਹੋ ਗਈ। ਅਤੇ ਲਾਸਟ ਆਪਸ਼ਨ ਦੇ ਵਿੱਚ ਵੀ B ਆਈ ਜਾਂਦਾ, ਇਹ ਵੀ ਖਤਮ ਹੋ ਜੂਗੀ। ਮਤਲਬ ਇਹਦੇ ਲਈ ਸਹੀ ਆਪਸ਼ਨ ਦੂਜੀ ਬਣੂਗੀ। ਕਿਹੜੇ 2 ਸ਼ਹਿਰ ਇਤਿਹਾਸਕ ਸ਼ਹਿਰ ਹਨ। A ਅਤੇ D ਆ ਜਿਹੜੇ ਇਤਿਹਾਸਕ ਸ਼ਹਿਰ ਨਹੀਂ ਹੈ, B ਅਤੇ E ਵੀ ਇਤਿਹਾਸਕ ਸ਼ਹਿਰ ਨਹੀਂ ਹੈ। ਠੀਕ ਹੈ, A ਅਤੇ D ਇਤਿਹਾਸਕ ਸ਼ਹਿਰ ਨਹੀਂ ਹੈ, B ਅਤੇ E ਵੀ ਨਹੀਂ, ਮਤਲਬ ਜਿਹਨਾਂ ਵਿੱਚ A ਅਤੇ B ਆਉਂਦਾ ਉਹ ਇਤਿਹਾਸਕ ਸ਼ਹਿਰ ਨਹੀਂ ਆ। ਆ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ। ਕਿਹੜੀ ਸਹੀ ਹੈ ਵੀ, ਤੀਜੀ ਆਪਸ਼ਨ CF। ਕਿਹੜੇ 2 ਸ਼ਹਿਰ ਪਹਾੜੀ ਸਥਾਨ ਹਨ। ਕਿਹੜੇ 2 ਸ਼ਹਿਰ ਪਹਾੜੀ ਸਥਾਨ ਹਨ ਬੇਟਾ, B ਅਤੇ D। ਕਿਉਂਕਿ A ਆਪਾਂ ਨੂੰ ਲਿਖਿਆ ਇਹਨਾਂ ਨੇ ਉੱਪਰ ਪਹਾੜੀ ਸਥਾਨ ਨਹੀਂ ਹੈ, ਤਾਂ ਇਹ ਸਾਰਿਆਂ 'ਚ ਆਈ ਜਾਂਦਾ, ਤਾਂ ਇਹ ਪਹਾੜੀ ਸਥਾਨ ਨਹੀਂ ਹੈ ਇਹਨਾਂ ਨੇ ਲਿਖਿਆ, ਇਸ ਕਰਕੇ B D ਪਹਾੜੀ ਸਥਾਨ ਹਨ। ਜਿਹੜੇ ਸ਼ਹਿਰ ਨਾ ਤਾਂ ਇਤਿਹਾਸਕ ਸ਼ਹਿਰ ਹਨ, ਨਾ ਹੀ ਉਦਯੋਗਿਕ ਸ਼ਹਿਰ ਹਨ। ਕਿਹੜੇ ਨੇ ਵੀ, ਨਾ ਤਾਂ ਇਤਿਹਾਸਕ ਸ਼ਹਿਰ ਨੇ ਅਤੇ ਨਾ ਹੀ ਪਹਾੜੀ, ਨਾ ਹੀ ਇਤਿਹਾਸਕ ਨੇ ਨਾ ਹੀ ਉਦਯੋਗਿਕ, ਮਤਲਬ ਪਹਾੜੀ ਨੇ, ਉਹ ਪਹਿਲਾਂ ਵਾਲਾ ਆਪਸ਼ਨ ਹੀ ਸਹੀ ਹੋ ਜਾਊਗਾ B D। ਠੀਕ ਹੈ, A ਅਤੇ B ਦੇ ਵਿੱਚ ਸੰਬੰਧ ਸਥਾਪਿਤ ਕਰਕੇ C ਅਤੇ D ਉਸੇ ਤਰ੍ਹਾਂ ਸੰਬੰਧ ਸਥਾਪਿਤ ਕਰਕੇ ਪ੍ਰਸ਼ਨ ਚਿੰਨ੍ਹ ਦੀ ਜਗ੍ਹਾ 'ਤੇ ਕੀ ਆਏਗਾ। ਕੀ ਆਏਗਾ ਬੇਟਾ, ਇਹ ਨੋਨ ਵਰਬਲ ਰੀਜਨਿੰਗ ਹੈ, ਤੁਹਾਨੂੰ ਆਸਾਨ ਹੀ ਹੈ, ਤਾਂ ਸਿੱਧੇ ਆਨਸਰ ਹੀ ਲਾ ਦੂੰਗਾ ਇਹਦੇ ਮੈਂ। ਇਹਦੇ ਲਈ ਪਹਿਲੀ ਤੀਜੀ ਆਪਸ਼ਨ ਸਹੀ ਬਣ ਜਾਏਗੀ। ਉਦੋਂ ਅਗਲੇ ਕੁਐਸਚਨ ਦੇ ਲਈ ਸਿਰਫ ਉਹਨੂੰ ਘੁਮਾਇਆ ਹੋਇਆ, ਹੋਰ ਕੁਛ ਨਹੀਂ ਕੀਤਾ। ਇਹਦੇ ਲਈ ਚੌਥੀ ਆਪਸ਼ਨ ਹੈ ਜਿਹੜੀ ਸਹੀ ਬਣ ਜਾਏਗੀ। ਉਦੋਂ ਅਗਲਾ ਇਹਨੂੰ ਵੀ ਇਹਦੀ ਸਿਰਫ ਡਾਇਰੈਕਸ਼ਨ ਚੇਂਜ ਕੀਤੀ ਹੋਈ ਹੈ, ਬਾਕੀ ਸੇਮ ਹੈ। ਠੀਕ ਹੈ, ਇਹਦੇ ਲਈ ਪਹਿਲੀ ਆਪਸ਼ਨ ਸਹੀ ਬਣ ਜਾਏਗੀ। ਅਗਲਾ ਐਕਸ ਵਿੱਚ ਕਿਸ ਵਿੱਚ ਛੁਪਿਆ, ਇਹ ਦੱਸਣਾ ਆਪਾਂ ਵੀ ਇਹ ਕਿਹਦੇ ਵਿੱਚ ਬਣਿਆ ਹੋਇਆ। ਕਿਹਦੇ ਵਿੱਚ ਬਣਿਆ ਬੇਟਾ, ਚੌਥੀ ਆਪਸ਼ਨ ਦੇ ਵਿੱਚ ਇਹ ਬਣਿਆ ਹੋਇਆ। ਉਦੋਂ ਬਾਅਦ ਇਹ ਆਪਾਂ ਦੱਸਣਾ ਵੀ ਕਿਹਦੇ ਵਿੱਚ ਬਣਿਆ ਹੋਇਆ, ਕਿਹਦੇ ਵਿੱਚ ਬਣਿਆ, ਦੂਜੀ ਆਪਸ਼ਨ ਦੇ ਵਿੱਚ ਬਣਿਆ। ਇਹ ਵੀ ਆਪਾਂ ਦੱਸਣਾ ਵੀ ਕਿਹਦੇ ਵਿੱਚ ਬਣਿਆ ਹੋਇਆ ਬੇਟਾ, ਤੀਜੀ ਦੇ ਵਿੱਚ ਬਣਿਆ ਹੋਇਆ। ਦੂਗੇ ਪਾਣੀ ਵਿੱਚ ਦੇਖਣ 'ਤੇ ਐਕਸ ਕਿਸ ਤਰ੍ਹਾਂ ਦਾ ਪ੍ਰਤੀਤ ਹੋਏਗਾ। ਹੁਣ ਇਹਨੂੰ ਪਾਣੀ ਵਿੱਚ ਦੇਖਣਾ ਤਾਂ ਐਕਸ ਆ ਜਿਹੜਾ ਉਹ ਦੇਖੋ ਬੇਟਾ, ਜਿਹੜਾ ਉੱਪਰਲਾ ਪਾਸਾ ਉਹ ਨੀਚੇ ਆ ਜਾਏਗਾ, ਜਿਹੜਾ ਨੀਚੇ ਵਾਲਾ ਪਾਸਾ ਉਹ ਉੱਪਰ ਆ ਜਾਏਗਾ। ਕਿਹੜੀ ਆਪਸ਼ਨ ਸਹੀ ਬਣ ਜਾਏਗੀ, ਚੌਥੀ ਆਪਸ਼ਨ ਇਹਦੇ ਲਈ ਜਮਾਂ ਸਹੀ ਬਣ ਜਾਏਗੀ।
ਇਹ ਵੀ ਆਪਾਂ ਦੱਸਣਾ ਹੈ ਵੀ ਪਾਣੀ ਦੇ ਵਿੱਚ ਆਪਾਂ ਨੂੰ ਕਿਵੇਂ ਦਿਸੇਗਾ ਬੇਟਾ, ਜਿਵੇਂ ਪਹਿਲੀ ਦਿਸੇਗੀ ਉਵੇਂ ਦਿਸੇਗਾ। ਠੀਕ ਹੈ, ਕਿਉਂਕਿ ਸਾਈਡ ਨਹੀਂ ਬਦਲਦੀ, ਉੱਪਰ ਵਾਲਾ ਨੀਚੇ ਵਾਲਾ ਹੋ ਜਾਊਗਾ। ਸ਼ੀਸ਼ੇ ਵਿੱਚ ਦੇਖਣ 'ਤੇ ਐਕਸ ਆ ਜਿਹੜਾ ਕਿਸ ਤਰ੍ਹਾਂ ਦਾ ਪ੍ਰਤੀਤ ਹੋਏਗਾ, ਬੇਟਾ, ਜਿਵੇਂ ਦੂਜੀ ਆਪਸ਼ਨ ਹੈ ਉਵੇਂ ਐਕਸ ਪ੍ਰਤੀਤ ਹੋਏਗਾ ਸ਼ੀਸ਼ੇ ਵਿੱਚ। ਅੱਗੇ ਇਹ 9 ਜਿਹੜਾ ਸ਼ੀਸ਼ੇ ਵਿੱਚ ਦੇਖਣ 'ਤੇ ਕਿਵੇਂ ਪ੍ਰਾਪਤ ਹੋਏਗਾ ਵੀ, ਜਿਵੇਂ ਚੌਥੀ ਆਪਸ਼ਨ ਹੈ ਉਵੇਂ ਦਿਸੇਗਾ। ਅਗਲਾ A ਅਤੇ B ਅਨੁਸਾਰ ਇੱਕ ਕਾਗਜ਼ ਦੇ ਟੁਕੜੇ ਨੂੰ ਮੋੜਿਆ ਗਿਆ ਹੈ ਅਤੇ ਚਿੱਤਰ C ਅਨੁਸਾਰ ਇਸ ਤਰ੍ਹਾਂ ਕੱਟਿਆ ਗਿਆ, ਇਸ ਨੂੰ ਕੱਟਿਆ ਗਿਆ, ਖੋਲ੍ਹਣ ਤੋਂ ਬਾਅਦ ਕਿਸ ਨਾਲ ਮੇਲ ਖਾਏਗਾ। ਠੀਕ ਹੈ, ਇੱਥੋਂ ਮੋੜਤਾ, ਇੱਥੋਂ ਫੇਰ ਮੋੜਤਾ, ਮਤਲਬ ਆਹ ਚੀਜ਼ ਬਣ ਗਈ। ਤਾਂ ਇੱਥੋਂ ਵੀ ਮੁੜਿਆ ਹੋਇਆ ਤਾਂ ਇੱਥੇ ਵੀ ਬਣਨਗੇ ਦੋ। ਠੀਕ ਹੈ, ਵਿਚਾਲੇ ਤਾਂ ਬਣ ਗਏ, ਉੱਪਰ ਅਤੇ ਨੀਚੇ ਵੀ ਬਣ ਗਏ। ਠੀਕ ਹੈ, ਇਹਦੇ ਲਈ ਦੂਜੀ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਬਣ ਜਾਏਗੀ। ਇਹਦੇ ਲਈ ਵੀ ਇਹ ਕੰਪਲੀਟ ਕਰ ਦਈਏ ਜੇ ਆਪਾਂ ਇਹਨੂੰ ਅੱਗੇ ਖੋਲ੍ਹ ਕੇ, ਤਾਂ ਇਹਦੇ ਲਈ ਤੀਜੀ ਆਪਸ਼ਨ ਹੈ ਜਿਹੜੀ ਉਹ ਸਹੀ ਬਣ ਜਾਏਗੀ। ਸਿੰਪਲ ਹੀ ਸੀ। ਵਿਕਲਪ ਚੋਣ ਕਰੋ, ਉਸ ਵਿਕਲਪ ਦੀ ਚੋਣ ਕਰੋ ਜਿਸ ਵਿੱਚ ਚਿੱਤਰ ਐਕਸ ਵਿੱਚ ਦਿੱਤੇ ਗਏ ਬਿੰਦੂਆਂ ਮੁਤਾਬਕ ਸ਼ਰਤਾਂ ਪੂਰੀਆਂ ਕਰਦਾ ਹੋਵੇ। ਇਹਦੇ ਲਈ ਸਹੀ ਆਪਸ਼ਨ ਬੇਟਾ ਦੂਜੀ ਬਣੂਗੀ। ਦੇਖੋ ਇੱਕ ਚੱਕਰ ਤੇ ਵਰਗ ਦੇ ਵਿੱਚ ਲੱਗਿਆ ਹੋਇਆ, ਇੱਕ ਤਿੰਨਾਂ ਦੇ ਵਿੱਚ ਲੱਗਿਆ, ਇੱਕ ਚੱਕਰ ਤੇ ਤ੍ਰਿਭੁਜ ਦੇ ਵਿੱਚ ਲੱਗਿਆ, ਉਹਦੇ ਲਈ ਸਹੀ ਸੈਟਿਸਫੈਕਸ਼ਨ ਦੂਜੀ ਆਪਸ਼ਨ ਕਰਦੀ ਹੈ। ਇਹਦੇ ਲਈ ਵੀ ਕਿਹੜੀ ਆਪਸ਼ਨ ਸਹੀ ਬਣੇਗੀ ਬੇਟਾ, ਪਹਿਲੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। 83ਵੇਂ ਕੁਐਸਚਨ ਦੇ ਲਈ ਇਹ ਇਹਦੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ। 83ਵੇਂ ਕੁਐਸਚਨ ਦੇ ਲਈ ਤੀਜੀ ਆਪਸ਼ਨ ਹੈ ਜਿਹੜੀ ਬਿਲਕੁਲ ਸਹੀ ਬਣ ਜਾਏਗੀ। ਐਕਸ ਨੂੰ ਪੂਰਾ ਕਰੋ। ਦੇਖੋ ਬੇਟਾ ਇੱਧਰੋਂ ਆਇਆ ਤਾਂ ਫਿਰ ਐਵੇਂ ਹੋ ਜਾਏਗਾ ਪੂਰਾ, ਇਹ ਮਤਲਬ ਇਹਦੇ ਲਈ ਦੂਜੀ ਆਪਸ਼ਨ ਸਹੀ ਬਣ ਜਾਏਗੀ। ਇਹਦੇ ਲਈ ਬੇਟਾ ਪਹਿਲੀ ਆਪਸ਼ਨ ਸਹੀ ਬਣੇਗੀ। ਇਹਨੂੰ ਪੂਰਾ ਕਰਨ ਵਾਸਤੇ ਕਿਹੜੀ ਆਪਸ਼ਨ ਸਹੀ ਬਣੇਗੀ ਬੇਟਾ, ਤੀਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਦੇਖੋ ਇਹਦੇ ਨਾਲ ਇਹ ਪੂਰਾ ਹੋ ਜਾਏਗਾ। ਉਸ ਤੋਂ ਬਾਅਦ ਇਹਦੇ ਲਈ ਕਿਹੜੀ ਆਪਸ਼ਨ ਸਹੀ ਬਣ ਜਾਏਗੀ, ਦੂਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਦੂਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਕਿਹੜਾ ਭਿੰਨ ਹੈ ਵੀ ਇਹਦੇ ਵਿੱਚੋਂ ਤੀਜੀ ਆਪਸ਼ਨ ਵਾਲਾ ਭਿੰਨ ਹੈ, ਕਿਉਂਕਿ ਇਹਦੇ ਵਿੱਚ ਜਿਹੜੇ ਉੱਪਰ ਲਾਏ ਹੋਏ ਨੇ ਗੋਲੇ ਜਿਹੇ ਉਹ 3 ਲਾਏ ਹੋਏ ਨੇ, ਬਾਕੀਆਂ 'ਚ 4 ਲਾਏ ਹੋਏ ਨੇ। ਇਹਦੇ ਲਈ ਪਹਿਲੀ ਆਪਸ਼ਨ ਹੈ ਜਿਹੜੀ ਉਹ ਭਿੰਨ ਹੈ, ਕਿਉਂਕਿ ਇਹਦਾ ਸਾਈਜ਼ ਵੀ ਛੋਟਾ ਹੈ ਅਤੇ ਜਿਹੜਾ ਇਹਦਾ ਉੱਪਰਲਾ ਇਹ ਹੈ ਥੋੜ੍ਹਾ ਜਿਹਾ ਮੋੜਿਆ ਵੀ ਗਿਆ। ਠੀਕ ਹੈ, ਇਹਦੇ ਲਈ ਪਹਿਲੀ ਆਪਸ਼ਨ ਇਹਦੇ ਲਈ ਭਿੰਨ। ABCD ਇੱਕ ਲੜੀ ਅਨੁਸਾਰ ਆਪਸ ਵਿੱਚ ਸੰਬੰਧਿਤ ਹਨ, ਉਸੇ ਲਗਾਤਾਰਤਾ ਵਿੱਚ ਲੜੀ ਅਨੁਸਾਰ ਦਿੱਤੇ ਗਏ ਚਿੱਤਰਾਂ ਵਿੱਚੋਂ ਲੜੀ ਨੂੰ ਪੂਰਾ ਕਰਨ ਲਈ ਸਹੀ ਵਿਕਲਪ ਦੀ ਚੋਣ ਕਰੋ। ਕਿਹੜੀ ਬਣੂਗੀ ਬੇਟਾ, ਇਹਦੇ ਲਈ ਸਹੀ ਵਿਕਲਪ ਦੂਜੀ ਆਪਸ਼ਨ ਇਹਦੇ ਲਈ ਸਹੀ ਬਣ ਜਾਏਗੀ। ਠੀਕ ਹੈ, ਇਹ ਸੀ ਤੁਹਾਡਾ ਮੈਥ ਵਾਲਾ ਪੋਰਸ਼ਨ, ਮੈਂਟਲ ਐਬਿਲਿਟੀ ਵਾਲਾ, PSTSC 3 ਜਨਵਰੀ 2021 ਕਲਾਸ 10ਵੀਂ। ਮੈਨੂੰ ਉਮੀਦ ਆ ਤੁਹਾਡੇ ਸਾਰੇ ਕੁਐਸਚਨ ਰੀਜ਼ਨਿੰਗ ਵਾਲੇ ਸਹੀ ਹੋਣਗੇ। ਥੈਂਕ ਯੂ ਬੇਟਾ।